ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹਲਾ ਪੰਜਵਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮਿਟੈ ਦਾਤ। ਗੁਰੂ ਗੁਰੂ ਗੁਰ ਕਰ ਮਨ ਮੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੇ ਅਟਲ ਸ਼ਬਦਾ ਅਵਤਾਰ, ਦਸੋਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹਲਾ ਪੰਜਵਾ। ਧਰਨ ਗਗਨ ਨਵਖੰਡ ਮਹਿ, ਜੋਤ ਸਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਪ੍ਰਤਖ ਹਰੀ ਦਾ ਸਰੂਪ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਗੌਂਡ ਰਾਗ ਦੇ ਵਿੱਚ ਗੁਰੂ ਜੀ ਦੇ ਸਤਿਕਾਰ ਪ੍ਰਤੀ ਇਹ ਭਾਵਨ ਸ਼ਬਦ ਉਚਾਰ ਰਹੇ ਹਨ। ਗੁਰੂ ਗੁਰੂ ਗੁਰ ਕਰ ਮਨ ਮੋਰ। ਇਹ ਮੇਰੇ ਮਨ ਚਿੱਤ ਕਰਕੇ ਵੀ ਗੁਰੂ ਦਾ ਜਾਪ ਕਰ, ਬਾਣੀ ਕਰਕੇ ਵੀ ਗੁਰੂ ਦਾ ਜਾਪ ਕਰ, ਔਰ ਸਰੀਰ ਕਰਕੇ ਵੀ ਗੁਰੂ ਦਾ ਜਾਪ ਕਰ। ਗੁਰੂ ਦਾ ਮਤਲਬ ਕੀ ਹੈ? ਗੁਰੂ ਵਾਹਿਗੁਰੂ 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 ਕਰਦੇ ਨੇ ਨਾ ਅਖੰਡ ਕੀਰਤਨੀਆਂ ਜਾਪ। ਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਕੌਣ ਹੈ? ਵਾਹਿਗੁਰੂ 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 ਵਾਹਿਗੁਰੂ। ਵਾਹਿ ਹੀ ਗੁਰੂ ਹੈ ਸਾਡਾ। ਵਾਹਿ ਕੌਣ ਹੈ? ਅਚਰਜ। ਅਚਰਜ ਕੌਣ ਹੈ? ਪਰਮਾਤਮਾ। ਸੋ ਵਾਹਿਗੁਰੂ ਹੀ ਸਾਡਾ ਗੁਰੂ ਹੈ, ਪਰਮਾਤਮਾ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਗੁਰੂ ਦਾ ਮਤਲਬ ਵਾਹਿਗੁਰੂ ਹੀ ਹੈ। ਕਿਤੇ ਵੀ ਇਹ ਨਹੀਂ ਗੁਰੂ ਮਹਾਰਾਜ ਨੇ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਨਾਨਕ ਦੇਵ ਦੀ ਮਾਲਾ ਜਪੋ, ਸ੍ਰੀ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਆਖੋ। ਮਤਲਬ ਸਾਡਾ ਫਰਜ਼ ਤਾਂ ਬਣਦਾ ਉਸਤਤੀ ਕਰਨ ਦਾ, ਪਰ ਸਾਡੇ ਗੁਰੂਆਂ ਨੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਦਾ ਜਾਪ ਜਪਾਇਆ ਹੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਝ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੈ। ਸੋ ਇੰਜ ਇਹ ਮੇਰੇ ਅਮਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਮਨ ਕਰਕੇ ਵੀ ਕਰ, ਵਾਹਿਗੁਰੂ ਜੀ ਦਾ ਜਾਪ ਬਾਣੀ ਕਰਕੇ ਵੀ ਕਰ। ਇਹ ਨਹੀਂ ਵੀ ਜ਼ਬਾਨ ਬਾਣੀ ਪੜ੍ਹੀ ਜਾਏ, ਵਾਹਿਗੁਰੂ ਕਰੀ ਜਾਏ ਤੇ ਮਨ ਟਿਕੇ ਹੀ ਨਾ, ਧਿਆਨ ਕਿਸੇ ਹੋਰ ਪਾਸੇ ਹੀ ਹੋਵੇ। ਸੋ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਗੁਰਮੁਖ ਰੋਮ ਰੋਮ ਹਰਿ ਧਿਆਵੈ। ਇੰਜ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰ। ਇਸੇ ਪ੍ਰਕਾਰ ਗੁਰੂ ਗੁਰੂ ਗੁਰ ਕਰ ਮਨ ਮੋਰ। ਇਹ ਮੇਰੇ ਪਿਆਰੇ ਮਨਾ, ਜਿਸ ਤਰ੍ਹਾਂ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਵਾਲੇ ਸੰਤ ਬਲਜਿੰਦਰ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਉਹਨਾਂ ਤੋਂ ਪਹਿਲਾਂ ਹੋਏ, ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲੇ ਮੈਨੂੰ ਬਹੁਤ ਚੰਗੇ ਲੱਗਦੇ ਨੇ। ਜਦ ਵੀ ਸਮਾਪਤੀ ਕਰਦੇ ਤਾਂ ਕੀ ਕਹਿੰਦੇ ਨੇ? ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰੀ ਰਾਏ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਗੁਰੂ ਖਾਲਸਾ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ, ਧੰਨ ਹੈ। ਇਹ ਹੁਕਮ ਹੈ ਕਿ ਗੁਰੂਆਂ ਨੂੰ ਧੰਨ ਆਖੋ। ਜਿਨੀ ਤੁਧਨੋਂ ਧੰਨ ਕਹਿਆ, ਤਿਨ ਜਮ ਨੇੜ ਨਾ ਆਇਆ। ਇਹ ਮੇਰੇ ਪਿਆਰੇ ਮਨਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਧੰਨ ਗੁਰੂ ਧੰਨ ਗੁਰੂ ਧੰਨ ਗੁਰੂ। ਇਸ ਤਰ੍ਹਾਂ ਉਚਾਰਨ ਕਰ। ਇਸੇ ਪ੍ਰਕਾਰ ਗੁਰੂ ਗੁਰੂ ਗੁਰ ਕਰ ਮਨ ਮੋਰ। ਇਹ ਮੇਰੇ ਪਿਆਰੇ ਮਨਾ, ਗੁਰੂ ਨਾਮ ਹੈ ਵੱਡੇ ਦਾ, ਗੁਰ ਨਾਮ ਹੈ ਚੇਤਨ ਦਾ। ਜੋ ਵੱਡਾ ਅਕਾਲ ਪੁਰਖ ਚੇਤਨ ਦਾ ਰੂਪ, ਉਸ ਗੁਰੂ ਨੂੰ ਜਪਣਾ ਕਰ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਇਸੇ ਤਰ੍ਹਾਂ ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰ ਭਾਵ ਇਹ ਸ਼ਬਦ ਸ੍ਰੀ ਧਾਤੂ ਤੋਂ ਬਣਿਆ ਹੈ। ਇਹਦੇ ਅਰਥ ਨੇ ਨਿਗਲਣਾ ਅਰ ਸਮਝਾਉਣਾ। ਜੋ ਗਿਆਨ ਨੂੰ ਖਾ ਜਾਂਦਾ
ਤੇ ਸਿੱਖ ਨੂੰ ਸਵੈ ਸਰੂਪ ਦਾ ਗਿਆਨ ਸਮਝਾਉਂਦਾ, ਉਸ ਨੂੰ ਉਚਾਰਨਾ ਕਰ। ਗਿਆਨ ਅੰਜਨ ਗੁਰ ਦੀਆ। ਅੰਜਨ ਨਾਮ ਹੈ ਸੁਰਮੇ ਦਾ। ਸੁਰਮੇ ਪਾਉਣ ਦੇ ਨਾਲ ਅੱਖਾਂ ਦਾ ਧੁੰਦਲਾਪਣ ਦੂਰ ਹੋ ਜਾਂਦਾ ਤੇ ਦਿਸਣ ਲੱਗ ਪੈਂਦਾ ਹੈ। ਸਤਿਗੁਰੂ ਜੀ ਨੇ ਸਾਨੂੰ ਗਿਆਨ ਦਾ ਸੁਰਮਾ ਦਿੱਤਾ ਹੈ। ਗਿਆਨ ਸਲਾਕਾ ਦਵੈਸੋ ਲੋਚਨ ਕਰ ਹੈ ਮੋਹ ਤਾਂ ਬੰਧ ਨੇ ਮੋਚਨ। ਮੋਹ ਆਦਿਕ ਬੰਧਨਾਂ ਨੂੰ ਕੱਟਦੇ ਨੇ ਮਹਾਰਾਜ। ਗਿਆਨ ਦੀਆਂ ਸਲਾਈਆਂ ਸੁਰਮਾ ਫੇਰ ਕੇ, ਦਾਰੂ ਪਾਈ ਦਾ ਡਰੋਪਸ ਨਾਲ, ਸੁਰਮਾ ਪਾਈ ਦਾ ਸਲਾਈ ਦੇ ਨਾਲ, ਕੱਚ ਦੀ ਸਲਾਈ ਹੁੰਦੀ, ਸੁਰਮਚੂ ਦੇ ਨਾਲ। ਕਈ ਲੋਹੇ ਦੇ ਹੁੰਦੇ ਨੇ, ਕਈ ਕੱਚ ਦੇ ਹੁੰਦੇ ਨੇ। ਤੋ ਇੰਜ ਗਿਆਨ ਅੰਜਨ ਗੁਰ ਦੀਆ। ਸਤਿਗੁਰੂ ਜੀ ਨੇ ਗਿਆਨ ਦਾ ਸੁਰਮਾ ਸਾਡੇ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਪਾ ਦਿੱਤਾ ਹੈ। ਅਗਿਆਨ ਅੰਧੇਰ ਵਿਨਾਸ਼। ਸ਼ਰਧਾ ਰੂਪੀ ਸੁਰਮਚੂ ਦੇ ਨਾਲ, ਸਲਾਈਆਂ ਦੇ ਨਾਲ ਜਦ ਗਿਆਨ ਦਾ ਸੁਰਮਾ ਪਾਇਆ ਤਾਂ ਅਗਿਆਨ ਦਾ ਹਨੇਰਾ ਨੱਸ ਗਿਆ। ਜਿਹੜਾ ਮਾਇਆ ਦਾ ਮੋਹ ਦਾ ਧੁੰਦਲਾਪਣ ਸੀ, ਇਹ ਦੂਰ ਹੋ ਗਿਆ। ਮੋਹ ਦੀ ਧੁੰਦ ਪਈ ਹੋਈ ਹੈ ਤੇ ਅਗਿਆਨ ਦਾ ਹਨੇਰਾ ਹੈ, ਇਹ ਸਭ ਦੂਰ ਭੱਜ ਗਿਆ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹਰੀ ਦੀ ਕਿਰਪਾ ਦੇ ਨਾਲ ਗੁਰੂ ਸੰਤ ਮਿਲਿਆ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਮਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਜਸਨ ਵਿਛੁੜਾ, ਜਾਂ ਨਾਨਕ ਦਾਸ ਤੁਮਾਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗਿਆਨ ਦਾ ਸੁਰਮਾ ਪਾ ਕੇ ਤੇ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਨੇ, ਉਹਨਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਵਾਹਿਗੁਰੂ ਨ ਜਪਣਾ ਕਰ। ਵਾਹਿ ਨਾਮ ਅਚਰਜ ਕੋ ਹੋਈ, ਅਚਰਜ ਦੇ ਪਰੋਕਤ ਨ ਕੋਈ। ਗੋ ਨਾਮ ਅੰਧਕਾਰ ਕੋ ਜਾਨੋ, ਰੂਹ ਨਾਮ ਪ੍ਰਕਾਸ਼ ਉਠਾਨੋ। ਅਗਿਆਨ ਦਾ ਹਨੇਰਾ ਦੂਰ ਕਰਕੇ ਵਾਹਿਗੁਰੂ ਜੀ ਨੇ ਸੋ ਗਿਆਨ ਦਾ ਪ੍ਰਕਾਸ਼ ਕੀਤਾ, ਆਪਣਾ ਅਚਰਜ ਸਰੂਪ ਪ੍ਰਗਟ ਕੀਤਾ ਹੈ। ਗੁਰੂ ਬਿਨਾ ਮੈਂ ਨਾਹੀ ਹੋਰ। ਸਤਿਗੁਰੂ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ। ਗੁਰ ਕੀ ਟੇਕ ਰਹੋ ਦਿਨ ਰਾਤ। ਇਹ ਮੇਰੇ ਮਨ, ਉਹਨਾਂ ਸਤਿਗੁਰਾਂ ਦੀ ਓਟ ਦੇ ਵਿੱਚ ਦਿਨ ਰਾਤ ਰਹਿਣਾ ਕਰੋ। ਜਾ ਕੀ ਕੋਈ ਨਾ ਮਿਟੈ ਦਾਤ। ਜਿਨ੍ਹਾਂ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵਿਦਿਆ, ਬ੍ਰਹਮ ਗਿਆਨ ਦੀ ਦਾਤ ਨੂੰ ਕੋਈ ਵੀ ਮਿਟਣ ਦੇ ਸਮਰੱਥ ਨਹੀਂ ਹੈ। ਗੁਰ ਪਰਮੇਸ਼ਰ ਏਕੋ ਜਾਨ। ਇਹ ਮਨਾ, ਸਤਿਗੁਰੂ ਸਾਹਿਬ ਤੇ ਪਰਮੇਸ਼ਰ ਵਾਹਿਗੁਰੂ ਨੂੰ ਇੱਕੋ ਸਰੂਪ ਜਾਣਨਾ ਕਰ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ। ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਗੁਰੂ ਹੈ ਤੇ ਬਾਣੀਓ ਹੀ ਨਿਰੰਕਾਰ ਦਾ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਬਾਣੀ ਜਟਾ ਵੱਡਾ ਦੁਨੀਆ ਵਿੱਚ ਹੋਰ ਕਈ ਨਹੀਂ ਹੈ। ਜੋ ਤਿਸ ਭਾਵੈ ਸੋ ਪ੍ਰਵਾਨ। ਜੋ ਕੁਝ ਵੀ ਉਸ ਵਾਹਿਗੁਰੂ ਨੂੰ ਭਾਉਂਦਾ ਉਹਨੂੰ ਪ੍ਰਮਾਣਿਤ ਮੰਨਣਾ ਕਰ। ਜਿਵੇਂ ਹਰ ਗੁਰ ਮੂਰਤ ਏਕਾ ਵਰਤ, ਨਾਨਕ ਹਰ ਗੁਰ ਭਾਇਆ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਗੁਰ ਚਰਣੀ ਜਾ ਕਾ ਮਨ ਲਾਗੈ। ਸਤਿਗੁਰਾਂ ਦੇ ਚਰਨ ਕਮਲਾਂ ਨਾਲ ਜਿਸ ਪੁਰਖ ਦਾ
ਚਿੱਤ ਲੱਗ ਜਾਂਦਾ ਹੈ। ਦੁਖ ਦਰਦ ਭ੍ਰਮ ਤਾ ਕਾ ਭਾਗੈ। ਜੰਮਣ ਮਰਨ ਦਾ ਦੁੱਖ, ਵਿਦਿਆ ਰੂਪ ਦਰਦਾਂ ਪੀੜਾ ਤੇ 5 ਪ੍ਰਕਾਰ ਦਾ ਭੁਲੇਖਾ ਆਦਿਕ ਸਭ ਉਸ ਪੁਰਖ ਦਾ ਭੱਜ ਜਾਂਦਾ, ਨਸ ਜਾਂਦਾ ਹੈ। ਗੁਰ ਕੀ ਸੇਵਾ ਪਾਈ ਮਾਨ। ਸਤਿਗੁਰਾਂ ਦੀ ਪ੍ਰਤੱਖ ਜਾਂ ਭਗਤੀ ਰੂਪ ਟਹਿਲ ਕਰਨ ਵਾਲਾ ਪੁਰਖ ਲੋਕ ਤੇ ਪਰਲੋਕ ਦੇ ਵਿੱਚ ਸਤਿਕਾਰ ਪਾਉਂਦਾ ਹੈ ਜਾਂ ਮੰਨਣ ਗਿਆਨ ਪਾਉਂਦਾ ਹੈ। ਗੁਰੇ ਉਪਰ ਸਦਾ ਕੁਰਬਾਨ। ਐਸੇ ਸਤਿਗੁਰਾਂ ਤੋਂ ਹਮੇਸ਼ਾ ਬਲਿਹਾਰ ਜਾਣਾ ਕਰ। ਸੋ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰ ਕੀ ਸੇਵਾ ਪਾਈ ਮਾਨ। ਸੋ ਗੁਰਾਂ ਦੀ ਪ੍ਰਤੱਖ ਇਹ ਪੰਕਤੀ ਪੜ੍ਹ ਨਹੀਂ ਦਿੱਤੀ। ਗੁਰ ਕਾ ਦਰਸ਼ਨ ਦੇਖ ਨਿਹਾਲ। ਸੋ ਮਹਾਰਾਜ ਦੀ ਸੇਵਾ ਕਰਨ ਤੋਂ ਮਾਣ ਬਾਈ ਦਾ, ਇਸ ਲਈ ਗੁਰਾਂ ਤੋਂ ਕੁਰਬਾਨ ਜਾਓ। ਇਹ ਮੇਰੇ ਮਨ ਸਤਿਗੁਰਾਂ ਦਾ ਦਰਸ਼ਨ ਦੀਦਾਰ ਵੇਖ ਕੇ ਦੁੱਖਾਂ ਤੋਂ ਰਹਿਤ ਜਾਂ ਪ੍ਰਸੰਨਤਾ ਦੀ ਸਹਿਤ ਹੋ ਜਾਈਦਾ ਹੈ। ਗੁਰ ਕੇ ਸੇਵਾ ਕੀ ਪੂਰਨ ਕਾਲ। ਸਤਿਗੁਰਾਂ ਦੇ ਸੇਵਕ ਦੀ ਕਾਲ ਕਮਾਈ ਪੂਰੀ ਸਫਲ ਹੁੰਦੀ ਹੈ। ਗੁਰ ਕੀ ਸੇਵਕ ਕਉ ਦੁਖ ਨਾ ਵਿਆਪੈ। ਸਤਿਗੁਰਾਂ ਦੇ ਸੇਵਕ ਦਾਸ ਨੂੰ ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ। ਗੁਰ ਕਾ ਸੇਵਕ ਦਹ ਦਿਸ ਜਾਪੈ। ਸਤਿਗੁਰਾਂ ਦਾ ਸੇਵਕ ਦਸੇ ਦਿਸ਼ਾਵਾਂ ਦੇ ਵਿੱਚ ਜਾਣਿਆ ਜਾਂਦਾ ਹੈ। ਗੁਰ ਕੀ ਮਹਿਮਾ ਕਥਨ ਨਾ ਜਾਏ। ਐਸੇ ਸਤਿਗੁਰਾਂ ਦੀ ਮਹਿਮਾ ਵਡਿਆਈ ਕਿਸੇ ਪਾਸੋਂ ਵੀ ਸ਼ਕਤੀ ਵਰਤੀ ਕਰਕੇ ਕਹੀ ਨਹੀਂ ਜਾ ਸਕਦੀ। ਪਾਰ ਬ੍ਰਹਮ ਗੁਰ ਰਹਿਆ ਸਮਾਈ। ਪਾਪਾ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਆਪ ਸਤਿਗੁਰੂ ਸਾਹਿਬ ਦੇ ਵਿੱਚ ਜਾਂ ਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਲੀਨ ਹੋ ਰਿਹਾ ਹੈ। ਕਹੋ ਨਾਨਕ ਜਾ ਕੇ ਪੂਰੇ ਭਾਗ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜਿਸ ਪੁਰਖ ਦੇ ਪੂਰਨ ਨਿਸ਼ਕਾਮ ਕਰਮ ਹਨ, ਗੁਰ ਚਰਣੀ ਤਾ ਕਾ ਮਨ ਲਾ। ਸਤਿਗੁਰਾਂ ਦੇ ਚਰਨਾਂ ਵਿੱਚ ਉਸੇ ਦਾ ਮਨ ਚਿੱਤ ਲੱਗਦਾ ਜੁੜਦਾ ਹੈ। ਓਂਡ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌਂਡ ਰਾਗ ਦੇ ਵਿੱਚ ਸ਼ੋ ਪਾਵਨ ਫਰਮਾਨ ਕਰਦੇ ਹਨ। ਗੁਰ ਮੇਰੀ ਪੂਜਾ ਗੁਰ ਗੋਬਿੰਦਾ। ਸਤਿਗੁਰੂ ਹੀ ਮੇਰੀ ਪੂਜਾ ਹੈ, ਸਾਡੀ ਪੂਜਾ ਹੈ ਜਾਂ ਪੂਜਨ ਯੋਗ ਹੈ, ਜਾਂ ਗੁਰਾਂ ਦੀ ਆਗਿਆ ਮੰਨਣੀ ਜਾਂ ਸੇਵਾ ਕਰਨੀ, ਗੁਰੂ ਉਪਦੇਸ਼ ਦੁਆਰਾ ਨਾਮ ਜਪਣਾ, ਇਹੀ ਮੇਰੀ ਪੂਜਾ ਹੈ। ਸੋ ਪੂਜਾ ਕੀਚੈ ਨਾਮ ਤੇ ਆਈਐ, ਮੇਰਾ ਨਾਮ ਹੈ ਪੂਜਨਾ ਹੋਏ। ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਤੇ ਗੁਰ ਗੋਬਿੰਦ ਸਤਿਗੁਰੂ ਹੀ ਮੇਰੇ ਲਈ ਗੋਬਿੰਦ ਪਰਮੇਸ਼ਰ ਦਾ ਰੂਪ ਹੈ, ਜਿਹੜਾ ਪ੍ਰithvi ਦੀ ਰੱਖਿਆ ਕਰਨ ਵਾਲਾ। ਸਤਿਗੁਰੂ ਹੀ ਮੇਰਾ ਨਿਰਗੁਣ ਰੂਪ ਪਰਮੇਸ਼ਰ ਹੈ, ਤੇ ਸਤਿਗੁਰੂ ਹੀ ਮੇਰਾ ਸਰਗੁਣ ਰੂਪ ਦੇ ਵਿੱਚ ਖੜ ਭਗਸ ਪਰਮੇਸ਼ਰ ਰੂਪ ਹੈ। ਭਾਵ ਸਭ ਕੁਝ ਮੇਰਾ ਗੁਰੂ ਹੀ ਹੈ, ਜਾਂ ਪਰਮੇਸ਼ਰ ਹੀ ਮੇਰਾ ਸਤਿਗੁਰੂ ਰੂਪ ਹੈ, ਤੇ ਸਤਿਗੁਰੂ ਹੀ ਮੇਰਾ ਪਰਮੇਸ਼ਰ ਰੂਪ ਹੈ। ਗੁਰ ਮੇਰਾ ਦੇਵ ਅਲਖ ਅਭਿਓ। ਸਤਿਗੁਰੂ ਹੀ ਮੇਰਾ ਪੂਜਨੇ ਯੋਗ ਪ੍ਰਕਾਸ਼ ਰੂਪ ਹੈ, ਅਗਿਆਨ ਰੂਪ ਹਨੇਰਾ ਚੁੱਕਣ ਵਾਲਾ ਮੇਰਾ ਗੁਰੂ ਸੂਰਜ ਰੂਪ ਹੈ। ਭਾਵ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਜੋ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਤੇ ਭੇਦ ਤੋਂ ਰਹਿਤ ਹੈ। ਸਰਬ ਪੂਜ ਚਰਨ ਗੁਰ ਸੇਓ। ਜੋ ਗੁਰੂ ਸਾਹਿਬ ਸਾਰਿਆਂ ਦੇ ਪੂਜਨੇ ਯੋਗ ਹੈ, ਉਹ ਸਤਿਗੁਰਾਂ ਦੇ ਚਰਨਾਂ ਨੂੰ ਮੈਂ ਸੇਵਨਾ ਕਰਦਾ, ਜਾਂ ਗੁਰਾਂ ਦੇ ਚਰਨਾਂ ਨੂੰ ਸੇਵਨਾ
ਇਹੀ ਸਾਰੀ ਤਰ੍ਹਾਂ ਦੀ ਪੂਜਾ ਹੈ। ਗੁਰ ਬਿਨ ਅਵਰ ਨਾਹੀ ਮੈਂ ਥਾਓ। ਪੂਰੇ ਗੁਰਾਂ ਤੋਂ ਬਿਨਾ ਹੋਰ ਕੋਈ ਵੀ ਮੈਨੂੰ ਲੋਕ ਪਰਲੋਕ ਦੇ ਵਿੱਚ ਥਾਂ ਟਿਕਾਣਾ ਨਹੀਂ ਹੈ। ਨਥਾਵੇਂ ਕੋ ਗੁਰ ਦੀਨੋ ਥਾਨ, ਨਮਾਣੇ ਕੋ ਗੁਰ ਕੀਨੋ ਮਾਨ। ਨਥਾਵਿਆਂ ਦੇ ਥਾਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ 12 ਵਾਰ ਬਖਸ਼ਿਸ਼ ਕੀਤੇ ਸਨ ਕਿ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰ ਤੁਸੀਂ ਬਣੋਗੇ। ਆਨ ਦਿਨ ਜਪੋ ਗੁਰੂ ਗੁਰ ਨਾਮ। ਇਸ ਲਈ ਮੈਂ ਚੇਤਨ ਸਰੂਪ ਸਤਿਗੁਰੂ ਦਾ ਨਾਮ ਜਾਂ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਰਾਤ ਅਤੇ ਦਿਨ ਜਪਦਾ ਹਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗੁਰ ਮੇਰਾ ਗਿਆਨ ਗੁਰ ਹਿਰਦੈ ਧਿਆਨ। ਗੁਰੂ ਹੀ ਮੇਰਾ ਨਿਰਗੁਣ ਦਾ ਗਿਆਨ ਹੈ ਤੇ ਮੇਰੇ ਚਿੱਤ ਹਿਰਦੇ ਵਿੱਚ ਸਰਗੁਣ ਦਾ ਧਿਆਨ ਵੀ ਗੁਰੂ ਹੀ ਹੈ। ਜਾਂ ਗੁਰਾਂ ਦੁਆਰਾ ਹੀ ਮੈਂ ਹਿਰਦੇ ਵਿੱਚ ਸਰਗੁਣ ਸਰੂਪ ਦਾ ਧਿਆਨ ਧਾਰਦਾ ਹਾਂ। ਗੁਰ ਗੋਪਾਲ ਪੁਰਖ ਭਗਵਾਨ। ਸਤਿਗੁਰੂ ਹੀ ਮੇਰਾ ਪ੍ਰਥਵੀ ਦਾ ਪਾਲਕ ਹੈ। ਗੁਰੂ ਹੀ ਸਾਰੀਆਂ ਥਾਵਾਂ ਦੇ ਵਿੱਚ ਪੂਰਨ ਤੇ ਖਟ ਭਗਾਂ ਸੰਪੰਨ ਈਸ਼ਰ ਰੂਪ ਹੈ। ਗੁਰੂ ਹੀ ਪ੍ਰਥਵੀ ਦੇ ਪਾਲਕ ਪੂਰਨ ਭਗਵਾਨ ਪਰਮੇਸ਼ਰ ਦਾ ਰੂਪ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਅਪਰੰਪਰਾ, ਗੁਰਦੇਵ ਕਰਤਾ ਸਾ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰ। ਇਉਂ ਗੁਰੂ ਮਹਾਰਾਜ ਨੇ ਬਾਮਣ ਅਖਰੀ ਦੇ ਵਿੱਚ ਇਹ 2 ਜਗ੍ਹਾ ਤੇ ਇੱਕੋ ਹੀ ਸ਼ਬਦ ਆਰੰਭ ਤੇ ਵੀ ਤੇ ਅੰਤ ਤੇ ਵੀ ਗੁਰੂ ਜੀ ਦੀ ਮਹਿਮਾ ਵਿੱਚ ਲਿਖਣਾ ਕੀਤਾ ਹੈ। ਗੁਰ ਕੀ ਸਰਣ ਰਹੋ ਰਹੋ ਕਰ ਜੋਰ। ਮੈਂ ਸਤਿਗੁਰੂ ਦੀ ਓਟ ਦੇ ਵਿੱਚ ਹਰ ਵਕਤ ਪ੍ਰਤੱਖ ਜਾਂ ਮਨਬੁੱਧ ਰੂਪ ਦੋਵੇਂ ਹੱਥ ਜੋੜ ਕੇ ਰਹਿੰਦਾ ਹਾਂ। ਗੁਰੂ ਬਿਨਾ ਮੈਂ ਨਾਹੀ ਹੋਰ। ਪੂਰੇ ਸਤਿਗੁਰੂ ਜੀ ਤੋਂ ਬਿਨਾ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ। ਗੁਰ ਬੋਹਿਥ ਤਾਰੇ ਭਾਵ ਪਾਰੇ। ਸਤਿਗੁਰੂ ਸਾਹਿਬ ਜੀ ਆਪ ਜਹਾਜ਼ ਰੂਪ ਨੇ ਜੋ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕਰਦਾ। ਜਾਂ ਇਸੇ ਤਰ੍ਹਾਂ ਗੁਰ ਬੋਹਿਥ ਤਾਰੇ ਭਾਵ ਪਾਰੇ। ਗੁਰੂ ਸਾਹਿਬ ਜੀ ਕੋਲ ਨਾਮ ਦਾ ਜਹਾਜ਼ ਹੈ ਜਿਸ ਤੇ ਚੜ੍ਹ ਕੇ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰ ਦਿੰਦਾ। ਜਾਂ ਜੋ ਸੰਸਾਰ ਸਮੁੰਦਰ 'ਚ ਡੁੱਬਣ ਜਾਂ ਕਾਲ ਦੇ ਭੈ 'ਚ ਪਏ ਹੋਏ ਨੇ ਉਹਨਾਂ ਨੂੰ ਭੈ ਤੋਂ ਪਾਰ ਕਰਕੇ ਮੁਕਤ ਕਰ ਦਿੰਦਾ। ਉਹਨਾਂ ਨੂੰ ਭੈ ਤੋਂ ਪਾਰ ਕਰ ਦਿੱਤਾ ਹੈ। ਗੁਰ ਸੇਵਾ ਜਮ ਤੇ ਛੁਟਕਾਰ। ਔਰ ਉਹਨਾਂ ਦੇ ਹੋਰਨਾਂ ਸੰਬੰਧੀਆਂ ਆਦਿਕ ਨੂੰ ਉਤਾਰਨ ਲਈ ਜਹਾਜ਼ ਦੀ ਨਿਆਈ ਜੀਵਨ ਬਣਾ ਦਿੱਤੇ। ਸਤਿਗੁਰਾਂ ਦੀ ਸੇਵਾ ਟਹਿਲ ਕਰਨ ਨਾਲ ਜਮਾਂ ਤੋਂ ਮੁਕਤੀ ਮਿਲ ਜਾਂਦੀ ਹੈ। ਅੰਧਕਾਰ ਮਹਿ ਗੁਰ ਮੰਤਰ ਉਜਾਰਾ। ਅਗਿਆਨ ਰੂਪ ਹਨੇਰੇ ਵਿੱਚ ਸਤਿਗੁਰਾਂ ਦਾ ਉਪਦੇਸ਼ ਗਿਆਨ ਰੂਪ ਪ੍ਰਕਾਸ਼ ਕਰਨ ਵਾਲਾ ਹੈ। ਜਾਂ ਗੁਰਾਂ ਦਾ ਉਪਦੇਸ਼ ਕਰੋੜਾਂ ਸੂਰਜਾਂ ਵਰਗਾ ਗਿਆਨ ਰੂਪ ਪ੍ਰਕਾਸ਼ ਕਰਨ ਵਾਲਾ ਹੈ। ਗੁਰ ਕੈ ਸੰਗ ਸਗਲ ਨਿਸਤਾਰਾ। ਸਤਿਗੁਰਾਂ ਦੇ ਨਾਲ ਮਿਲ ਕੇ ਊਚ ਨੀਚ ਚੰਗੇ ਮਾੜੇ ਆਦਿਕ ਸਭਨਾਂ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਗੁਰ ਪੂਰਾ ਪਾਈਐ ਵੱਡ ਭਾਗੀ। ਪੂਰਨ ਸਤਿਗੁਰੂ ਵੱਡੇ ਭਾਗਾਂ ਕਰਕੇ ਹੀ ਪ੍ਰਾਪਤ ਹੁੰਦਾ ਹੈ। ਗੁਰ ਕੀ ਸੇਵਾ ਦੁਖ ਨਾ ਲਾਗੀ। ਸਤਿਗੁਰੂ ਦੀ ਪ੍ਰਤੱਖ ਜਾਂ ਭਗਤੀ ਰੂਪ ਟਹਿਲ ਵਿੱਚ ਲੱਗਣ ਕਰਕੇ ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ। ਗੁਰ ਕਾ ਸ਼ਬਦ ਨਾ ਮਿਟੈ ਕੋਈ। ਜੋ ਸਤਿਗੁਰੂ ਸਾਹਿਬ ਜੀ ਦਾ ਹੁਕਮ ਉਪਦੇਸ਼ ਹੈ ਇਹਨੂੰ ਕੋਈ ਵੀ ਮਿਟਣ ਦੇ ਸਮਰੱਥ ਨਹੀਂ ਹੈ। ਕਿਉਂਕਿ ਗੁਰ ਨਾਨਕ ਨਾਨਕ ਹਰਿ ਸੋਇ। ਸਤਿਗੁਰੂ ਨਾਨਕ ਦੇਵ ਜੀ ਉਸ ਹਰੀ ਪਰਮੇਸ਼ਰ ਦਾ ਸਰੂਪ ਨੇ ਜਾਂ ਦਵੈਤ ਰਹਿਤ ਹਰੀ ਦਾ ਰੂਪ ਨੇ
ਤੇ ਹਰੀ ਨੇ ਗੁਰੂ ਨਾਨਕ ਸਾਹਿਬ ਨਾਮ ਰਖਾਇਆ। ਅਨਕ ਰਹਿਤ ਪਰਮਾਤਮਾ ਜੋਈ, ਨਾਨਕ ਨਾਮ ਕਹਾਵੈ ਸੋਈ। ਜੋ ਅਨ ਦਵੈ ਤੋਂ ਰਹਿਤ ਵਾਹਿਗੁਰੂ ਪਰਮਾਤਮਾ, ਉਹਨੇ ਹੀ ਸ੍ਰੀ ਗੁਰੂ ਨਾਨਕ ਦੇਵ ਨਾਮ ਰਖਾਉਣਾ ਕੀਤਾ। ਸੋ ਇਸੇ ਪ੍ਰਕਾਰ ਗੁਰੂ ਨਾਨਕ ਨਾਨਕ ਹਰਿ ਸੋਇ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਥਨ ਕਰਦੇ ਨੇ ਗੁਰੂ ਨਾਨਕ। ਗੁਰੂ ਨਾਨਕ ਗਤੀ ਦਾ ਵਾਚਕ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਨੇ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਰੂਪ ਕਿ ਨਾਨਕ ਹਰਿ ਸੋਇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਦਾ ਜੋ ਚੌਥਾ ਸਰੂਪ ਨੇ ਉਸ ਹਰੀ ਦਾ ਹੀ ਸਰੂਪ ਨੇ। ਜਾਂ ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਹਰੀ ਸਰੂਪ ਹੈ ਤੇ ਉਹ ਹਰੀ ਗੁਰੂ ਨਾਨਕ ਰੂਪ ਹੈ। ਗੂੰਡ ਮਹਲਾ ਪੰਜਵਾ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਨਾਮ ਦਾ ਅਸਤੋਤਰ ਕਥਨ ਕਰਦੇ ਨੇ। ਪੰਜਵੇਂ ਪਾਤਸ਼ਾਹ ਗੌਣ ਰਾਗ ਵਿੱਚ ਉਚਾਰ ਰਹੇ ਨੇ। ਰਾਮ ਸੰਗ ਕਰ ਬਿਵਹਾਰ। ਫਿਰ ਪੜ੍ਹ ਦੋ। ਰਾਮ ਸੰਗ ਕਰ ਬਿਵਹਾਰ। ਇਹ ਭਾਈ ਤੂੰ ਰਮੇ ਹੋਏ ਜਾਂ ਰਾਮ ਬਾਗ ਦੀ ਨਿਆਈ ਆਨੰਦ ਦੇਣ ਵਾਲੇ ਰਾਮ ਪਰਮੇਸ਼ਰ ਦੇ ਨਾਮ ਰੂਪ ਸ਼ਬਦੇ ਨਾਲ ਆਪ ਜਪਣ ਤੇ ਹੋਰਨਾਂ ਤੋਂ ਜਪਾਉਣ ਰੂਪ ਵਣਜ ਵਪਾਰ ਕਰਨਾ ਕਰ। ਰਾਮ ਪ੍ਰਾਨ ਆਧਾਰ। ਇਹ ਭਾਈ ਤੂੰ ਰਾਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਅੰਦਰ ਵਸਾਉਣਾ ਕਰ। ਰਾਮ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੇ ਵਸਾਉਣਾ ਕਰ ਤੇ ਰਾਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਪ੍ਰਾਣ ਸਵਾਸਾਂ ਜਿੰਦ ਦਾ ਆਸਰਾ ਬਣਾਉਣਾ ਕਰ। ਰਾਮ ਕੀਰਤਨ ਗਾਏ। ਜੋ ਰਮਿਆ ਹੋਇਆ ਤੇ ਰਾਮ ਬਾਗ ਦੀ ਨਿਆਈ ਆਨੰਦ ਦੇਣ ਵਾਲਾ ਉਸ ਰਾਮ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾਉਣਾ ਕਰ। ਰਮਤ ਰਾਮ ਸਭ ਰਹਿਓ ਸਮਾਈ। ਰਮਤ ਵਿਆਪਕ ਸੁੰਦਰ ਰਾਮ ਪਰਮੇਸ਼ਰ ਹੀ ਸਭ ਥਾਵਾਂ ਦੇ ਵਿੱਚ ਸਮਾਰਿਆ ਮਿਲ ਰਿਹਾ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਸੰਤ ਜਨਾ ਮਿਲ ਬੋਲਹੁ ਰਾਮ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਆਏ ਰਾਮ ਅੱਖਰ ਤੇ ਭਾਵੇਂ ਆਏ ਅਵਲ ਅੱਲਾ ਅੱਖਰ, ਭਾਵੇਂ ਆਏ ਗੋਬਿੰਦ ਅੱਖਰ ਤੇ ਭਾਵੇਂ ਆਏ ਸੋਹੰਗ, ਅਰਥ ਵਾਹਿਗੁਰੂ ਹੀ ਨੇ। ਮਤਲਬ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਵਾਹਿਗੁਰੂ ਮੰਤਰ ਜਪਣ ਵਾਸਤੇ ਬਖਸ਼ਿਸ਼ ਕੀਤਾ। ਸੋ ਰਮੰਤੀ ਸਾ ਰਾਮ, ਇਹ ਰਾਮ ਜੀ ਉਹ ਨਹੀਂ ਜਿਹੜੇ ਸੀਤਾ ਦੇ ਪਤੀ ਸੀਗੇ, ਲక్ష్మణ ਦੇ ਵੱਡੇ ਭਰਾ ਦਸ਼ਰਥ ਦੇ ਪੁੱਤਰ। एक राम दशरथ का बेटा, एक राम घट घट में लेटा, एक राम का सगल पसारा, एक राम सबहु ते न्यारा। ਸੋ ਜਿਹੜਾ ਰਮਿਆ ਹੋਇਆ ਹੈ, ਰਮਿਆ ਹੋਣ ਦੇ ਬਾਵਜੂਦ ਵੀ ਸਭ ਨੂੰ ਵੱਖਰਾ, ਉਹ ਰਾਮ ਦੀ ਗੱਲ ਕਰ ਰਹੇ ਹਾਂ, ਪਰਮਾਤਮਾ ਦੀ। ਉਹਦੇ ਕੀਰਤਨ ਜਸ ਨੂੰ ਗਾਉਣਾ ਕਰ। ਸਬਦੇ ਨਿਰਮਲ ਪੂਰਨ ਕਾਮ, ਜੋ ਵਿਆਪਕ ਹੈ, ਰਮਤ ਰਾਮ ਸਭ ਰਹਿਓ ਸਮਾਏ, ਸਾਰਿਆਂ ਥਾਵਾਂ ਸਮਾਰਿਆ ਮਿਲ ਰਿਹਾ। ਇਹ ਭਾਈ ਸੰਤਾਂ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਕਰੋ, ਉੱਚੀ ਬੋਲੋ। ਬੋਲ ਹਰ ਨਾਮ ਸਫਲ ਸਾ ਕਰੀ। ਵਾਹਿਗੁਰੂ ਨਾਮ ਨੂੰ ਬੋਲੋਗੇ ਤੁਹਾਡੀ ਉਹ ਕੜੀ ਸਫਲ ਹੋਏਗੀ। ਇਹੀ ਸਾਰਿਆਂ ਤੋਂ ਉਜਲ ਤੇ ਪੂਰਾ ਕੰਮ ਹੈ, ਜਾਂ ਇਹੀ ਪਰਮੇਸ਼ਰ ਦਾ ਨਾਮ ਜਪਣ ਵਾਲਾ ਕੰਮ ਸਾਰੇ ਕੰਮਾਂ ਤੋਂ ਪਵਿੱਤਰ ਤੇ ਪੂਰਾ ਸਫਲਾ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਰੇ ਧਰਮ ਅਰਥ ਕਾਮ ਮੁਖ ਆਦਿ ਕਾਰਜਾਂ ਨੂੰ ਪੂਰੇ ਕਰਨ ਵਾਲਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਰਾਮ ਰਾਮ ਧਨ ਸੰਚ ਭੰਡਾਰ। ਇਹ ਭਾਈ ਰਮੇ ਹੋਏ ਪਰਮੇਸ਼ਰ ਦੇ ਨਾਮ ਰੂਪ ਧਨ ਨੂੰ ਆਪਣੇ ਹਿਰਦੇ ਰੂਪ ਖਜ਼ਾਨੇ ਵਿੱਚ
ਇਕੱਤਰ ਕਰੋ। ਰਾਮ 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 ਕਰ ਆਹਾਰ। ਰਾਮ ਪ੍ਰਕਾਸ਼ ਰੂਪ ਤੇ ਰਾਮ ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਜਪਣ ਸਿਮਰਨ ਕਰਨ ਰੂਪ ਆਪਣੀ ਆਤਮਾ ਦਾ ਭੋਜਨ ਬਣਾਉਣਾ ਕਰ। ਰਾਮ ਰਾਮ ਵਿਸਰ ਨਹੀਂ ਜਾਏ। ਤੈਨੂੰ ਰਮੇ ਹੋਏ ਪਰਮੇਸ਼ਰ ਦਾ ਨਾਮ ਕਦੇ ਭੁੱਲ ਨਹੀਂ ਜਾਣਾ ਚਾਹੀਦਾ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਆਖਾਂ ਜੀ ਮਾਂ ਵਿਸਰੇ ਮਰ ਜਾਓ, ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪ ਦੀ ਅਵਸਥਾ ਸੀਗੀ। ਮਰਨੰ ਬਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨ ਹੈ। ਇਹ ਸਤਿਗੁਰੂ ਅਰਜਨ ਦੇਵ ਜੀ ਦੀ ਅਵਸਥਾ ਸੀਗੀ ਕਿ ਹੇ ਵਾਹਿਗੁਰੂ, ਮੈਂ ਤੇਰੇ ਨਾਮ ਨੂੰ ਆਖਦਾ ਤਾਂ ਮੈਂ ਜਿਉਂਦਾ, ਜੇ ਭੁੱਲ ਜਾਂਦਾ ਤੇ ਮਰਨਾ ਸਮਝਦਾ ਹਾਂ। ਪਰ ਕਿਰਪਾ ਗੁਰ ਦੀਆ ਬਤਾਏ। ਤੈਨੂੰ ਪਰਮੇਸ਼ਰ ਦਾ ਨਾਮ ਕਦੇ ਭੁੱਲਣਾ ਨਹੀਂ ਚਾਹੀਦਾ। ਮਿਹਰ ਦੀ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਮੈਨੂੰ ਦੱਸ ਦਿੱਤਾ ਹੈ। ਰਾਮ 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 ਸਦਾ ਸਹਾਈ। ਸੁੰਦਰ ਸਰੂਪ ਰਮੇ ਹੋਏ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੈ। ਰਾਮ 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 ਲਿਵ ਲਾਇ। ਇਸ ਕਰਕੇ ਰਾਮ ਬਾਗ ਦੀ ਤਰ੍ਹਾਂ ਰਾਮ ਆਨੰਦ ਦੇਣ ਵਾਲੇ ਰਾਮ ਪਰਮੇਸ਼ਰ ਦੇ ਨਾਮ ਨਾਲ ਚਿੱਤ ਦੀ ਲਿਵ ਬਿਰਤੀ ਲਾਉਣਾ ਕਰੋ, ਜੋੜਨਾ ਕਰੋ। ਰਾਮ ਰਾਮ ਜਪ ਨਿਰਮਲ ਭਈ। ਰਮੇ ਹੋਏ ਪਰਮੇਸ਼ਰ ਦਾ ਨਾਮ ਜਪਣ ਵਾਲੇ ਪੁਰਖ ਉਜਲ ਹੋ ਗਏ ਹਨ ਅਤੇ ਜਨਮ ਜਨਮ ਕੀ ਕਿਲ ਬਿਖ ਗਏ। ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਸਾਰੇ ਵਜਰ ਪਾਪ ਨਿਵਰਤ ਹੋ ਗਏ ਹਨ। ਰਮਤ ਰਾਮ ਜਨਮ ਮਰਨ ਨਿਵਾਰੈ। ਜੋ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਉਸ ਦਾ ਪਰਮੇਸ਼ਰ ਜੰਮਣ ਮਰਨ ਨਿਵਰਤ ਕਰ ਦਿੰਦਾ ਹੈ। ਉਚਰਤ ਰਾਮ ਭੈ ਪਾਰ ਉਤਾਰੈ। ਜੋ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਉਚਾਰਨ ਕਰਦਾ ਉਹਨੂੰ ਪਰਮੇਸ਼ਰ ਸੰਸਾਰ ਦੇ ਡਰ ਤੋਂ ਜਾਂ ਪੈਦਾਇਕ ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਾਰ ਉਤਾਰ ਦਿੰਦਾ, ਲਾ ਦਿੰਦਾ ਹੈ। ਸਭ ਤੇ ਊਚ ਰਾਮ ਪ੍ਰਗਾਸ। ਇਹ ਭਾਈ ਜੋ ਪ੍ਰਕਾਸ਼ ਰੂਪ ਪਰਮੇਸ਼ਰ ਸਭਨਾਂ ਤੋਂ ਉੱਚਾ ਹੈ, ਸ੍ਰੇਸ਼ਟ ਹੈ, ਜਾਂ ਜੋ ਪਰਮੇਸ਼ਰ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਆਦਿਕ ਹੈ, ਸਭਨਾਂ ਤੋਂ ਉੱਚਾ ਹੈ। ਨਿਸਬਾਸੁਰ ਜਪ ਨਾਨਕ ਦਾਸ। ਤੇ ਜੋ ਰਾਮ ਪਰਮੇਸ਼ਰ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਦਿਨ ਰਾਤ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰ। ਢੂੰਡ ਮਹਲਾ ਪੰਜਵਾ। ਸੋ ਦਿਲ ਦੀ ਭਾਵਨਾ ਦੇ ਨਾਲ ਦਿਨ ਰਾਤ ਜਪਣਾ ਕਰ। ਸੇਵਕ ਬਣ ਕੇ ਵਾਹਿਗੁਰੂ ਜੀ ਦਾ ਗੌਂਡ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ ਹਨ। ਉਨ ਕਉ ਖਸਮ ਕੀਨੀ ਠਾਕ ਹਾਰੇ। ਉਹਨਾਂ ਪੰਜ ਕਾਮਾਤਿਕ ਵਿਕਾਰਾਂ ਨੂੰ ਮਾਲਕ ਪਰਮੇਸ਼ਰ ਨੇ ਭਗਤਾਂ ਵੱਲ ਜਾਣ ਤੋਂ ਰੁਕਾਵਟ ਪਾਉਣਾ ਕੀਤੀ ਹੈ ਕਿ ਖਬਰਦਾਰ ਜੇ ਤੁਸੀਂ ਸਾਡੇ ਭਗਤਾਂ ਨੂੰ ਸਤਾਇਆ। ਦਾਸ ਸੰਗ ਤੇ ਮਾਰ ਬਿਦਾਰੇ। ਇਸ ਕਰਕੇ ਕਾਮਾਤਿਕ ਵਿਕਾਰ ਭਗਤਾਂ ਦੇ ਸਨਮੁਖ ਹਾਰ ਗਏ, ਥੱਕ ਗਏ ਨੇ। ਆਪਣੇ ਸੇਵਕ ਦੇ ਸਾਥ ਤੋਂ ਨਾਲੋਂ ਉਹ ਪੰਜੇ ਕਾਮਾਤਿਕ ਵਿਕਾਰ ਵਿਵੇਕ ਰੂਪ ਸ਼ਸਤਰ ਦੇ ਨਾਲ ਮਾਰ ਕੇ ਬਿਦਾਰੇ ਨਾਸ਼ ਕਰ ਦਿੱਤੇ, ਭਾਵ ਅੰਦਰੋਂ ਬਾਹਰ ਕੱਢ ਦਿੱਤੇ ਹਨ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ। ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਦਾ ਭਗਤ ਹੈ, ਉਹਦੇ ਹਿਰਦੇ ਰੂਪ ਮਹੱਲ ਵਿੱਚ ਕਾਮਾਤਿਕ ਵਿਕਾਰਾਂ ਨੇ ਟਿਕਣਾ ਨਹੀਂ ਪਾਇਆ ਹੈ, ਕਿਉਂਕਿ ਰਾਮ ਜਨਾ ਮਿਲ ਮੰਗਲ ਗਾਇਆ। ਰਾਮ ਪਰਮੇਸ਼ਰ ਦੇ ਭਗਤ ਜਨਾਂ ਨੇ ਆਪਸ ਵਿੱਚ ਇਕੱਤਰ ਹੋ ਕੇ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ। ਸਗਲ ਸ੍ਰਿਸ਼ਟ ਕੀ ਪੰਜ ਸਿਕਦਾ। ਸਾਰੀ ਲੋਕਾਈ ਦੇ ਸਿਰ ਤੇ ਪੰਜ ਕਾਮ ਕ੍ਰੋਧ ਆਦਿਕ ਵਿਕਾਰ ਉਹ ਥਾਣੇਦਾਰ ਬਣੇ ਹੋਏ ਹਨ। ਰਾਮ ਭਗਤ ਕੀ ਪਾਨੀਹਾਰ। ਪਰੰਤੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਇਹ ਵਿਕਾਰ
ਪਾਣੀ ਭਰਨ ਵਾਲੇ ਸੇਵਕ ਬਣੇ ਹੋਏ, ਭਾਵ ਗੁਲਾਮ ਬਣੇ ਹੋਏ ਹਨ। ਇਹ ਵਿਕਾਰ ਭਗਤ ਜਨਾਂ ਦੇ ਸੇਵਕ ਕਿਵੇਂ ਬਣੇ ਨੇ? ਜੋ ਭਗਤ ਜਨਾਂ ਨੇ ਕਾਮ ਭਾਵ ਕਾਮਨਾਵਾਂ ਨੂੰ ਘੱਟ ਕਰ ਦਿੱਤਾ ਹੈ। ਜਦ ਮਨ ਸਿਮਰਨ ਭਜਨ ਕਰਨ ਵੱਲੋਂ ਆਲਸ ਕਰਦਾ ਤਦ ਉਹਦੇ 'ਤੇ ਗੁੱਸਾ ਕਰਦੇ ਨੇ, ਮੁਕਤੀ ਦੀ ਪ੍ਰਾਪਤੀ ਕਰਨ ਨੂੰ ਲੋਭ ਕਰਦੇ ਨੇ, ਸਰੀਰਾਂ ਦਾ ਮੋਹ ਨਾਸ਼ ਕਰਕੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਨੇ, ਦੇਹ ਦੀ ਹੰਗਤਾ ਨੂੰ ਨਿਵਰਤ ਕਰਕੇ ਆਪਣੇ ਆਪ ਨੂੰ ਸ਼ੁੱਧ ਬ੍ਰਹਮ ਦੀ ਅੰਸ਼ ਨਿਸ਼ਚੈ ਕੀਤਾ ਹੈ। ਸਮਝ ਨਹੀਂ ਆਈ? ਮਤਲਬ ਕਹਿਣ ਦਾ ਵੀ ਜੋ ਸਰੀਰ ਹੈ ਇਹ ਵਿਕਾਰਾਂ ਤੋਂ ਬਗੈਰ ਤਾਂ ਚੱਲ ਹੀ ਨਹੀਂ ਸਕਦਾ। ਵਿਕਾਰਾਂ ਦੇ ਨਾਲ ਹੀ ਤਾਂ ਦੁਨੀਆ ਬਣਦੀ ਹੈ। ਜੇ ਵਿਕਾਰ ਨਾ ਹੋਣ ਫਿਰ ਸਰੀਰ ਕਿਸ ਕੰਮ ਹੈ? ਸਰੀਰ ਚੱਲਦਾ ਹੀ ਵਿਕਾਰਾਂ ਦੇ ਨਾਲ। ਜੇ ਇਸ ਬੰਦੇ 'ਚ ਤੜ ਨਹੀਂ ਹੈ ਉਹ ਬੰਦਾ ਹੀ ਨਹੀਂ। ਮਹਾਰਾਜ ਨੇ ਆਖਿਆ ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਮਰਦ ਦਾ ਮਤਲਬ ਕੀ ਹੈ? ਜਿਹ 'ਚ ਤੜ ਹੈ, ਸ਼ਕਤੀ ਹੈ। ਛੋਟੇ ਜਿਹੇ ਨਿਆਣੇ ਨੂੰ ਤੁਸੀਂ ਭੁੰਜੇ ਪਾ ਦਿਓ, ਉਹਨੂੰ ਕੀੜੀਆਂ ਵੜ ਖਾ ਜਾਣਗੀਆਂ, ਨਿੱਕੀਆਂ ਜਿਹੀਆਂ ਹੁੰਦੀਆਂ ਨੇ। ਸੋ ਜਿਹੜਾ ਬੰਦਾ ਹਿਲਜੁਲ ਨਹੀਂ ਕਰਦਾ, ਥੋੜ੍ਹਾ ਬਹੁਤਾ ਤੜ ਨਹੀਂ ਰੱਖਦਾ, ਕੀੜੀਆਂ ਨਹੀਂ ਛੱਡਦੀਆਂ। ਗੁੱਸਾ ਤਾਂ ਹੋਣਾ ਚਾਹੀਦਾ ਹੀ ਆ ਬੰਦੇ ਵਿੱਚ। ਗੁੱਸੇ ਤੋਂ ਬਗੈਰ ਤਾਂ ਮਰਦ ਕਾਹਦਾ? ਤੋ ਜੇ ਕਾਮ ਨਹੀਂ ਹੈ ਤਾਂ ਫਿਰ ਪ੍ਰਭੂ ਪਰਮਾਤਮਾ ਵੀ ਵੇਖੋ, ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਗ੍ਰਸਤੀ ਹੋਏ, ਗ੍ਰਸਤੀ ਸਿੱਖਾਂ ਨੂੰ ਚਰਨੀ ਲਾਇਆ। ਜੇ ਲੋਭ ਲਾਲਚ ਨਹੀਂ ਹੈ ਤਾਂ ਦੁਨੀਆ ਦਾ ਕੰਮ ਕਿਵੇਂ ਚੱਲੂਗਾ? ਜੇ ਮੋਹ ਨਹੀਂ ਹੈ ਤਾਂ ਨਿੱਕੇ ਨਿੱਕੇ ਨਿਆਣੇ ਕੌਣ ਪਾਲੂਗਾ? ਤੋ ਇਸ ਵਾਸਤੇ ਵਿਕਾਰਾਂ ਤੋਂ ਬਗੈਰ ਤਾਂ ਸਰੀਰ ਚੱਲਦਾ ਹੀ ਨਹੀਂ। ਤੋ ਗੁਰੂ ਮਹਾਰਾਜ ਨੇ ਲੌਜਿਕ ਦਿੱਤਾ ਹੈ, ਜਿਵੇਂ ਪਾਣੀ ਹੈ, ਪਾਣੀ 'ਚ ਬੰਦਾ ਡੁੱਬ ਕੇ ਵੀ ਮਰ ਜਾਊਗਾ, ਪਰ ਇਹਦੇ ਤੋਂ ਬਗੈਰ ਜ਼ਿੰਦਗੀ ਵੀ ਨਹੀਂ ਹੈ। ਗਲਤ ਤਰੀਕੇ ਨਾਲ ਕੋਈ ਵੀ ਚੀਜ਼ ਦੀ ਵਰਤੋਂ ਕਰਾਂਗੇ ਹੱਦੋਂ ਵੱਧ ਤਾਂ ਉਹ ਫਿਰ ਮੌਤ ਦਾ ਕਾਰਨ ਬਣ ਸਕਦੀ ਹੈ। ਪਹਿਲਾਂ ਬਾਰਿਸ਼ਾਂ ਪੈਂਦੀਆਂ, ਪਾਣੀ ਫਲੱਡਾਂ ਦੇ ਰੂਪ ਦੇ ਵਿੱਚ ਸਾਡੇ ਦੇਸ਼ ਦਾ ਨੁਕਸਾਨ ਕਰਦਾ। ਜਦੋਂ ਦਾ ਸਾਇੰਸਦਾਨਾਂ ਨੇ, ਸਿਆਣੇ ਬੰਦਿਆਂ ਨੇ ਭਾਖੜਾ ਬੰਨ੍ਹ ਬੰਨਿਆ, ਉਦੋਂ ਦਾ ਵੇਖੋ ਉਸ ਪਾਣੀ ਦਾ ਫਲੋ ਉੱਪਰ ਤੋਂ ਠਾਹ ਸੁੱਟ ਕੇ ਟਰਬਾਈਨਾਂ ਚਲਾ ਕੇ ਤੇ ਬਿਜਲੀ ਪੈਦਾ ਕਰ ਰਿਹਾ ਹੈ। ਉਹੀ ਪਾਣੀ ਹੈ ਜਿਹੜਾ ਨੁਕਸਾਨ ਵਾਲਾ, ਉਹੀ ਪਾਣੀ ਹੈ ਜਿਹੜਾ ਬਿਜਲੀ ਪੈਦਾ ਕਰ ਰਿਹਾ। ਉਹੀ ਬਿਜਲੀ ਹੈ ਜਿਹਨੂੰ ਹੱਥ ਲਾਓ 1100 2200। ਸੋ ਇਸ ਤਰ੍ਹਾਂ 11,000 ਇਤਿਆਦਿਕ ਜ਼ਿਆਦੀ ਵੋਲਟੇਜ ਸਾਡੀ ਇੰਡੀਆ 'ਚ 240 ਵੋਲਟ ਚੱਲਦੀ ਹੈ ਘਰਾਂ ਦੇ ਵਿੱਚ। ਬੰਦਾ ਮਾਰਨ ਦੇ ਸਮਰੱਥ ਹੈ, ਬੰਦਾ ਮਰ ਜਾਂਦਾ 240 ਵੋਲਟ ਨਾਲ ਵੀ। ਕੈਨੇਡਾ ਅਮਰੀਕਾ ਮੈਂ ਵੇਖਿਆ, ਹਾਂਗਕਾਂਗ ਵੀ 120 ਵੋਲਟ ਚੱਲਦੀ ਹੈ, ਬੰਦਾ ਨਹੀਂ ਮਰਦਾ। ਕਰੰਟ ਲੱਗੂਗਾ ਸਹੀ ਪਰ ਬੰਦਾ ਮਰੂਗਾ ਨਹੀਂ। ਮਤਲਬ ਜ਼ਿਆਦਾ ਵੋਲਟੇਜ ਬੰਦੇ ਦੇ ਨੁਕਸਾਨ ਦਾ ਕਾਰਨ ਹੈ। ਕਿ ਜੇ ਸਹੀ ਤਰੀਕੇ ਨਾਲ ਇੰਸਟਰੂਮੈਂਟ ਨਾਲ ਵਰਤੀ ਜਾਏ ਤਾਂ ਵੇਖੋ ਕਿਆ ਸੋਹਣਾ ਚਾਨਣ ਹੀ ਚਾਨਣ। ਆ ਮੇਰੀ ਆਵਾਜ਼ ਬਿਜਲੀ ਬੰਦ ਹੋ ਗਈ ਤੇ ਉੱਥੇ ਗੁੰਮ ਹੋ ਜਾਣੀ। ਤੋ ਇਸ ਵਾਸਤੇ ਕੋਈ ਵੀ ਚੀਜ਼ ਹੈ ਉਹ ਹੱਦੋਂ ਵੱਧ ਨੁਕਸਾਨ ਦੀ ਹੈ। ਵੀ ਜੇ ਤਰੀਕੇ ਨਾਲ ਵਰਤੀ ਜਾਏ ਤਾਂ ਫਿਰ ਉਹ ਫਾਇਦਾ ਵੀ ਦਿੰਦੀ ਹੈ। ਇੰਝ ਹੀ ਭਗਤਾਂ ਨੇ ਕਾਮਨਾਵਾਂ ਨੂੰ ਘੱਟ ਕਰ ਦਿੱਤਾ ਤੇ ਜਿਹੜਾ ਕਾਮ ਦਾ ਫੁਰਨਾ ਹੈ ਇਹਨੂੰ ਮੇਟ ਕਰਕੇ ਤੇ ਵਸਤੂ ਵਿਚਾਰ ਦੇ ਵਿੱਚ ਬਦਲ ਦਿੱਤਾ ਹੈ। ਜਿਸ ਤਰ੍ਹਾਂ ਭਾਖੜਾ ਬੰਨ੍ਹ ਬੰਨਿਆ, ਇਹ ਮਹਾਰਾਜ ਨੇ ਬੰਨ੍ਹ ਲਾਤਾ ਕਿ ਫਲੱਡ ਨਾ ਆਉਣ। ਉਹੀ ਤਲਵਾਰ ਸੀਗੀ ਜਿਹੜੀ ਜ਼ੁਲਮ ਕਰਦੀ, ਉਹੀ ਗੋਲੀ ਸੀ ਜਿਹੜੀ ਮਜ਼ਲੂਮਾਂ ਨੂੰ ਮਾਰਦੀ, ਪਰ ਉਹੀ ਗੋਲੀ, ਉਹੀ ਤਲਵਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ ਵਿੱਚ ਆਈ ਤੇ ਗੁਰੂ ਮਹਾਰਾਜ ਨੇ ਉਹਨਾਂ ਦੀ ਰੱਖਿਆ ਕੀਤੀ। ਸੋ ਇਸ ਵਾਸਤੇ ਹਥਿਆਰ ਮਾਰੂ ਵੀ ਨੇ,
ਹਥਿਆਰਾਂ ਤੋਂ ਬਗੈਰ ਰੱਖਿਆ ਵੀ ਨਹੀਂ ਹੋ ਸਕਦੀ। ਤੋ ਇੰਜ ਹੀ ਇਹ ਜਿਹੜਾ ਕਾਮ ਦਾ ਫੁਰਨਾ ਸੀਗਾ, ਮਰ ਨੇ ਵਸਤੂ ਵਿਚਾਰ 'ਚ ਬਦਲ ਦਿੱਤਾ। ਕਿਵੇਂ ਬਦਲਿਆ? ਪਰਮੇਸ਼ਰ ਦਿੱਤਾ ਬੰਨਾ। ਬੰਨਾ ਨਾਮ ਹੈ ਵੱਟ ਦਾ, ਬੰਨ ਪਾਤਾ ਵਿਕਾਰਾਂ ਦੇ ਵੱਲੋਂ। ਵਾਹਿਗੁਰੂ ਜੀ ਨੇ ਗੁਰਬਾਣੀ ਦਾ ਬੰਨਾ ਦੇ ਦਿੱਤਾ। ਜਪਜੀ ਸਾਹਿਬ, ਸੁਖਮਨੀ ਸਾਹਿਬ, ਵਾਹਿਗੁਰੂ ਨਾਮ ਮੂਲ ਮੰਤਰ, ਤਾਂ ਕਿ ਫਲੱਡ ਨਾ ਆਉਣ, ਹੱਦੋਂ ਵੱਧ ਨਾ ਜਾਣ, ਇਹਦਾ ਨੁਕਸਾਨ ਨਾ ਕਰਨ। ਇੱਕ ਰੈੱਡ ਲਾਈਟ, ਇੱਕ ਗ੍ਰੀਨ ਲਾਈਟ, 2 ਲਾਈਟਾਂ ਲਾਤੀਆਂ। ਸਪੀਡਾਂ ਤੇ ਇੰਨੀਆਂ ਨੇ ਵੀ ਬੰਦਾ ਵੇਖਦਾ ਨਹੀਂ ਅੱਗਾ ਪਿੱਛਾ, ਠਾ ਕਰਕੇ ਇੱਕ ਦੂਜੇ 'ਚ ਮਾਰਦਾ। ਜਿਹੜੀ ਲਾਈਟ ਹੈ ਉਹ ਅਲਰਟ ਕਰਦੀ ਹੈ ਵੀ ਸਟਾਪ, ਇਸ ਲਾਈਨ ਤੋਂ ਤੂੰ ਅੱਗੇ ਆਇਆ ਤਾਂ ਮੇਰੇ ਵਰਗਾ ਤੇਰੇ 'ਚੋਂ ਖੂਨ ਨਿਕਲੂਗਾ। ਇਹ ਰੈੱਡ ਲਾਈਟ ਦਾ ਮਤਲਬ ਹੈ। ਗ੍ਰੀਨ ਦਾ ਮਤਲਬ ਹੈ ਵੀ ਗੋ, ਹੁਣ ਤੇਰਾ ਰਸਤਾ ਖਾਲੀ, ਹੁਣ ਤੂੰ ਚੱਲ ਸਕਦਾ। ਕਿਉਂ? ਆਪ ਦਾ ਘਰ ਜਿਹੜਾ ਹੈ ਚੱਲਦਾ ਤਾਂ ਉਹ ਵੀ ਕਾਮ ਦੇ ਫੁਰਨੇ ਨਾਲ ਹੀ ਹੈ, ਪਰ ਉਹ ਮਹਾਰਾਜ ਨੇ ਗ੍ਰੀਨ ਲਾਈਟ ਦਿੱਤੀ ਹੈ ਵੀ ਗੋ, ਕੋਈ ਖਤਰਾ ਨਹੀਂ ਹੈ। ਤੋ ਇਸ ਵਾਸਤੇ ਜੋ ਬਗਾਨਾ ਘਰ ਉਹ ਰੈੱਡ ਲਾਈਟ ਦੀ ਤਰ੍ਹਾਂ ਵੀ ਤੇਰਾ ਨੁਕਸਾਨ ਹੋਊਗਾ, ਮੌਤ ਦਾ ਕਾਰਨ ਵੀ ਬਣ ਸਕਦਾ। ਦੁਨੀਆ 'ਚ 100 ਤੋਂ 99 ਲੜਾਈਆਂ ਇਹਨਾਂ ਫੁਰਨਿਆਂ ਕਰਕੇ, ਗਲਤ ਤਰੀਕਿਆਂ ਦੇ ਨਾਲ ਦਖਲਅੰਦਾਜ਼ੀ ਕਰਨ ਕਰਕੇ ਹੁੰਦੀਆਂ ਹਨ। ਜਰ, ਜੋਰੂ ਅਤੇ ਜ਼ਮੀਨ, 3 ਕਾਰਨ ਨੇ ਲੜਾਈ ਦੇ। ਉਹਨਾਂ 'ਚੋਂ ਇੱਕ ਜੋਰੂ ਵੀ ਕਾਰਨ ਹੈ, ਇਸਤਰੀ ਵੀ। ਤੋ ਇਸ ਵਾਸਤੇ ਰੱਬ ਨੇ ਕਿਰਪਾ ਕੀਤੀ, ਗੁਰਬਾਣੀ ਪ੍ਰਗਟ ਕੀਤੀ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਗੁਰੂਆਂ ਦੇ ਰਾਹੀਂ ਸਾਰੀ ਚਿੰਤਾ ਮੇੜ ਦਿੱਤੀ, ਵਿਕਾਰਾਂ ਨੂੰ ਬੰਨ੍ਹ ਲਾਤਾ, ਕਾਮ ਵਸਤੂ ਵਿਚਾਰ 'ਚ ਬਦਲ ਦਿੱਤਾ। ਜਿਹੜਾ ਕ੍ਰੋਧ ਸੀਗਾ ਉਹਨੂੰ ਬਾਬਾ ਦੀਪ ਸਿੰਘ ਸਾਹਿਬ ਵਾਂਗ ਵੇਖੋ 20 ਰਸ ਤਬਦੀਲ ਕਰ ਦਿੱਤਾ। ਨਹੀਂ ਗੁੱਸਾ ਆਇਆ ਤੇ ਨਹੀਂ ਆਇਆ, ਜਦ ਆਇਆ ਤੇ ਫਿਰ ਹੁਣ ਪਰੇ ਹਟ ਜਾਓ। ਸੀਸ ਲੱਥਣ ਤੋਂ ਬਾਅਦ ਵੀ ਤੂੰ ਕੌਣ ਤੇ ਮੈਂ ਕੌਣ, ਜਿਹੜਾ ਵੀ ਆਇਆ ਖੰਡੇ ਨਾਲ ਵੱਢ ਕੇ ਟੋਟੇ ਕਰਕੇ ਸੁੱਟ ਦਿੱਤਾ। ਇਉਂ ਜਿਹੜਾ ਲੋਭ ਸੀਗਾ ਉਹ ਸਿਮਰਨ ਭਜਨ ਵੱਲ, ਸੇਵਾ ਵੱਲ ਲੱਗ ਗਿਆ। ਜਿਹੜਾ ਮੋਹ ਸੀਗਾ ਸੰਗਤ ਨੂੰ ਪੈ ਗਿਆ, ਗੁਰੂ ਦੇ ਨਾਲ ਪੈ ਗਿਆ। ਜਿਹੜਾ ਅਹੰ ਭਾਵ ਸੀਗਾ, ਮਾਣ ਕਰੂੰ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ, ਆਪਣੇ ਗੁਰੂ ਦੇ ਮਾਣ ਵਿੱਚ ਬਦਲ ਗਿਆ। ਨਿਮਾਣੇ ਮਾਣ ਕਰੇ ਤੁਧ ਭਾਵੈ। ਜਿਸ ਤਰ੍ਹਾਂ ਛੋਟੀ ਜਿਹੀ ਬੱਚੀ ਆਪਦੇ ਪਿਓ ਤੇ ਮਾਣ ਕਰਦੀ ਹੈ, ਜਿਉਂ ਬਾਲਕ ਪਿਤਾ ਉੱਪਰ ਕਰੇ ਮਾਣ, ਬੋਲਾਇਆ ਬੋਲੇ ਗੁਰ ਕੈ ਭਾਣ। ਇਸੇ ਤਰ੍ਹਾਂ ਅਸੀਂ ਸਿੱਖ ਬੱਚੇ ਆਪਦੇ ਗੁਰੂ ਤੇ ਮਾਣ ਨਹੀਂ ਕਰਾਂਗੇ। ਵੀ ਆਰ ਪ੍ਰਾਊਡ ਟੂ ਬੀ ਸਿੱਖ। ਨਿਸ਼ਾਨ ਸਾਹਿਬ ਦਾ ਰੌਲਾ ਪੈ ਰਿਹਾ। ਬੰਦਾ ਪੁੱਛੇ ਵੀ ਗੁਰਦੁਆਰੇ 'ਚ ਵੀ ਤਾਂ ਖਾਲਿਸਤਾਨ ਹੀ ਆ, ਵੀ ਕਹਿੰਦੇ ਤਾਂ ਕਹਿੰਦੇ ਰਹੋ। ਫਿਰ ਜੋ ਮਹਾਰਾਜ ਦਾ ਖੰਡਾ ਕੇਸਰੀ ਨਿਸ਼ਾਨ ਹੈ, ਗੁਰਦੁਆਰੇ ਦੇ ਅੰਦਰ ਵੀ ਤਾਂ ਝੂਲਦਾ ਹੀ ਹੈ। ਤੋ ਸਾਰਿਆਂ ਨੇ ਆਪੋ ਆਪਣੇ ਵਹੀਕਲਾਂ ਦੇ ਲਾਏ ਹੋਏ ਨੇ, ਤੇ ਜੇ ਉਹ ਕਿਲੇ ਤੇ ਕਿਸੇ ਨੇ ਲਾਤਾ ਤੇ ਮੇਰੇ ਖਿਆਲ ਮੁਤਾਬਕ ਤਾਂ ਇੰਨਾ ਰੌਲਾ ਹੋਣਾ ਨਹੀਂ ਚਾਹੀਦਾ। ਭੋਲੇ ਭਾਲਿਆਂ ਨੂੰ ਤੋ ਗਲਤ ਤਰੀਕੇ ਦੇ ਨਾਲ ਦੋਸ਼ ਲਾ ਕੇ ਤੇ ਭੰਡਣਾ, ਇਹ ਕੋਈ ਚੰਗੀ ਇਨਸਾਨੀਅਤ ਨਹੀਂ ਹੈ। ਜੇ ਆਪਾਂ ਪ੍ਰਾਈਵੇਟ ਕੰਪਨੀ ਨੂੰ ਕਿਸੇ ਇਮਾਰਤ ਦਾ ਠੇਕਾ ਦੇ ਸਕਦੇ ਹਾਂ, ਤਾਂ ਫਿਰ ਜੇ ਖਾਲਸੇ ਦਾ ਨਿਸ਼ਾਨ ਝੁੱਲ ਗਿਆ ਤੇ ਉਹਦੇ 'ਤੇ ਲਿਖਿਆ ਤਾਂ ਕੁਛ ਵੀ ਨਹੀਂ ਹੈ। ਤੋ ਇਸ ਵਾਸਤੇ ਤਾਂ ਗੁਰੂ ਮਹਾਰਾਜ ਦੀ ਖਾਲਸੇ ਦੀ ਨਿਸ਼ਾਨੀ ਹੈ ਭਾਈ, ਕੋਈ ਬੁਰੀ ਬਾਤ ਨਹੀਂ ਹੈ। ਤੋ ਇਸ ਵਾਸਤੇ ਆ ਜਿਹੜਾ ਖੰਡਾ ਹੈ ਹਰੇਕ ਬਸਤਰ ਦੇ ਉੱਪਰ ਛਪਿਆ ਹੁੰਦਾ, ਇਹ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਇਸੇ ਹੀ ਨਿਸ਼ਾਨ ਨੇ, ਇਸੇ ਹੀ ਖੰਡੇ ਨੇ ਤਾਂ ਖਾਲਸੇ ਨੂੰ ਅਗਵਾਈ ਦਿੱਤੀ ਤੇ ਹਿੰਦੁਸਤਾਨ ਆਜ਼ਾਦ ਕਰਾਇਆ। ਜੇ ਕੋਈ ਬੰਦਾ ਪੁੱਛਣ ਵਾਲਾ ਹੋਵੇ ਵੀ ਦਿੱਲੀ ਨੂੰ ਆਜ਼ਾਦੀ ਕਿਹਨਾਂ ਦਵਾਈ ਹੈ, ਸਿੰਘਾਂ ਨੇ ਤਾਂ ਦਵਾਈ ਹੈ। ਖਾਲਸੇ ਦੇ ਨਿਸ਼ਾਨ ਹੀ ਤਾਂ ਝੁੱਲੇ ਸੀਗੇ। ਨਸੀਰੂ ਦੀ ਬੇਗਮ ਨੇ ਤਰਲੇ ਮਾਰ ਕੇ ਖਾਲਸੇ ਤੋਂ ਰਾਜ ਵਾਪਸ ਲਿਆ ਸੀ। ਤੋ ਇਸ ਵਾਸਤੇ ਖਾਲਸੇ ਦੀ ਬਹੁਤ ਬੜੀ ਦੇਣ ਹੈ। ਇਹ ਸੰਸਾਰ ਦੇ ਵਿੱਚ, ਇੰਡੀਆ ਦੇ ਵਿੱਚ ਬਾਗੀ ਨਹੀਂ ਹਨ, ਇਹ ਤਾਂ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਨੇ। ਕੋਈ ਵੀ ਆਵੇ ਉਹਨਾਂ ਦੀ ਮਦਦ ਕਰਦੇ ਨੇ। ਤੋ ਇਹ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਆਪਦੇ ਨਿਸ਼ਾਨ ਸਾਹਿਬ 'ਤੇ ਮਾਣ ਕਰੋ।
ਹਰੇਕ ਭਾਵੇਂ ਦਿੱਲੀ ਦੇ ਵਿੱਚ ਹੈ, ਅਮਰੀਕਾ ਦੀ ਅੰਬੈਸੀ 'ਚ ਅਮਰੀਕਾ ਦਾ ਨਿਸ਼ਾਨ ਝੂਲਦਾ, ਕੈਨੇਡਾ ਦੀ ਅੰਬੈਸੀ ਕੈਨੇਡਾ ਦਾ ਝੂਲਦਾ। ਉਹ ਕੋਈ ਬੁਰੀ ਗੱਲ ਥੋੜ੍ਹੋ, ਇਹਦੇ ਨਾਲ ਥੋੜ੍ਹੀ ਉਹ ਕੈਨੇਡਾ ਨੇ ਇੱਥੇ ਆ ਕੇ ਰਾਜ ਕਰ ਲਿਆ। ਤੋ ਇਸ ਵਾਸਤੇ ਨਿਸ਼ਾਨ ਦੇ ਨਾਲ ਤਾਂ ਮਨ ਦੇ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਹੈ। ਅਤੇ ਇੰਡੀਆ ਦੀ ਹੋਈ ਜਨਤਾ ਜਾਂ ਤੇ ਹੋਵੇ ਚਾਈਨਾ ਨੇ ਆ ਕੇ ਝੰਡਾ ਚਲਾਤਾ, ਫਿਰ ਤਾਂ ਬੰਦਾ ਪੁੱਛੇ, ਚਾਈਨਾ ਨੂੰ ਪੁੱਛੇ ਭਾਈ ਤੂੰ ਕਿਉਂ। ਇੰਡੀਆ ਦੀ ਜਨਤਾ ਸਾਰੇ ਭਰਾ ਭਰਾ ਨੇ। ਤੋ ਤਿਰੰਗੇ ਦੇ ਵਿੱਚ ਵੀ ਖਾਲਸੇ ਦਾ ਰੰਗ ਹੈ, ਅਤੇ ਜੇ ਉਹੀ ਰੰਗ ਵੱਖਰਾ ਲਾਗੇ ਝੁੱਲ ਗਿਆ, ਮੇਰੇ ਖਿਆਲ ਮੁਤਾਬਕ ਤਾਂ ਕੋਈ ਏਡੀ ਵੱਡੀ ਗੱਲ ਹੋਣੀ ਨਹੀਂ ਚਾਹੀਦੀ। ਤੋ ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਜਿਹੜਾ ਮਾਣ ਹੈ ਸਿੱਖ ਦਾ ਆਪਦੇ ਗੁਰੂ 'ਤੇ ਹੈ, ਜਿਵੇਂ ਪੁੱਤਰ ਦਾ ਪਿਓ 'ਤੇ ਹੁੰਦਾ। ਇਉਂ ਸੋ ਗੁਰੂ ਮਹਾਰਾਜ ਫਰਮਾਉਂਦੇ ਨੇ, ਰਾਮ ਭਗਤ ਕੀ ਸ੍ਰਿਸ਼ਟ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ। ਪੰਜ ਠਾਣੇਦਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਾਰੀ ਸ੍ਰਿਸ਼ਟੀ ਦੇ ਉੱਪਰ ਹੁਕਮ ਚਲਾਉਣ ਵਾਲੇ ਬਣੇ ਹਨ। ਰਾਮ ਭਗਤ ਕੀ ਬਾਨੀਹਾਰ। ਪਰ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤਾਂ ਦੇ ਪਾਣੀ ਭਰਨ ਵਾਲੇ ਸੇਵਕ ਬਣੇ। ਗੁਲਾਮ ਕਿਵੇਂ ਬਣੇ ਨੇ? ਉਹਨਾਂ ਨੇ ਕਾਮ ਨੂੰ ਭਾਵ ਕਾਮਨਾਵਾਂ ਨੂੰ ਘੱਟ ਕਰ ਦਿੱਤਾ। ਮਨ ਸਿਮਰਨ ਭਜਨ ਵੱਲੋਂ ਆਲਸ ਕਰਦਾ ਅਤੇ ਗੁੱਸੇ ਦੇ ਵਿੱਚ ਆ ਕੇ ਕੱਪੜੇ ਲਾ ਕੇ ਸੁੱਟ ਦਿੰਦੇ ਵੀ ਹੁਣ ਤੈਨੂੰ ਕੱਪੜੇ ਪਾਉਣੇ ਹੀ ਨਹੀਂ। ਇੱਕ ਸੰਤ ਲੇਟ ਹੋ ਗਿਆ, ਉਹਨੇ ਕੱਪੜਿਆਂ ਸਮੇਤ ਹੀ ਪਾਣੀ 'ਚ ਡੁਬਕੀ ਲਾਈ ਅਤੇ ਗਿੱਲੀ ਚਾਦਰ ਉੱਤੇ ਲੈ ਲਈ। ਕਹਿੰਦਾ ਹੁਣ ਤੈਨੂੰ ਠੰਡਾ ਰੱਖੂੰਗਾ, ਤੂੰ ਕਿਉਂ ਨਹੀਂ ਉੱਠ ਕੇ ਨਹਾਤਾ। ਇਉਂ ਆਪਦੇ ਉੱਪਰ ਹੀ ਗੁੱਸਾ ਕਰਦੇ ਨੇ ਵੀ ਤੂੰ ਨਿਤਨੇਮ ਕਿਉਂ ਨਹੀਂ ਕੀਤਾ, ਅੰਮ੍ਰਿਤ ਵੇਲੇ ਕਿਉਂ ਨਹੀਂ ਉੱਠਿਆ, ਗੁਰਦੁਆਰੇ ਕਿਉਂ ਨਹੀਂ ਗਿਆ, ਚੱਲ ਹੁਣ ਗੁਟਕਾ ਫੜ ਅਤੇ ਤਨਖਾਹ ਤੈਨੂੰ ਜਪਜੀ ਸਾਹਿਬ ਦਾ ਇੱਕ ਪਾਠ ਵੱਧ ਕਰ। ਤੋ ਇਸ ਲਈ ਰਹਿਤਨਾਮਿਆਂ ਦੇ ਵਿੱਚ ਇਹ ਬਚਨ ਹੈ ਕਿ ਜਿਹੜਾ ਸੰਗਤ ਵਿੱਚ ਨਹੀਂ ਆਉਂਦਾ ਅੰਮ੍ਰਿਤ ਵੇਲੇ, ਉਹ ਤਨਖਾਹੀਆ ਹੈ। ਇੱਕ ਹਾਸੇ ਦੀ ਬਾਤ ਹੈ, ਸਾਡੇ ਕਮਰੇ 'ਚ ਗਿਆਨੀ ਗੁਰਿੰਦਰ ਸਿੰਘ ਜੀ ਰਹਿੰਦੇ ਸਨ ਅਤੇ ਉਹਨਾਂ ਕੀ ਕਰਨਾ, ਕਥਾ 'ਚ ਜਾਣਾ ਨਹੀਂ, ਜਥੇ ਦੀ ਮਰਜ਼ਾਦਾ ਵੀ ਕਥਾ ਸੁਣਨੀ, ਨਾਲ ਜਪਜੀ ਸਾਹਿਬ ਦਾ ਪਾਠ ਕਰ ਦੇਣਾ। ਇਹ ਗਲਤੀ ਹੈ। ਮਹਾਰਾਜ ਨੇ ਆਖਿਆ ਕਿ ਤਨਖਾਹੀਆ, ਤਨਖਾਹ ਵੀ ਪੂਰੀ ਕਰ ਦੇਣੀ, ਜਾਣਾ ਵੀ ਨਹੀਂ ਅਤੇ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਕਹਿਣਾ ਮਹਾਰਾਜ ਮੇਰੇ ਕੋਲ ਗਲਤੀ ਹੋਈ, ਮੈਂ ਸੰਗਤ ਦੇ ਵਿੱਚ ਦਰਸ਼ਨ ਕਰਨ ਨਹੀਂ ਗਿਆ। ਤੋ ਇੰਝ ਆਪਣੇ ਆਪ 'ਤੇ ਗੁੱਸਾ ਕਰਦੇ, ਆਪਦੇ ਆਪ ਨੂੰ ਹੀ ਤਨਖਾਹ ਲਾ ਦਿੰਦੇ। ਇੱਕ ਵਾਰ ਸੰਤ ਕਰਤਾਰ ਸਿੰਘ ਹੋਣੀ, ਉਹਨਾਂ ਦੇ ਕੰਨਾਂ 'ਤੇ ਬੜਾ ਜ਼ਖਮ ਹੋਇਆ ਅਤੇ ਇੱਕ ਉਹ ਮਾਤਾ ਸੀ, ਨਾਭੇ ਸਾਹਿਬ ਦੀ ਗੱਲ ਹੈ, ਪ੍ਰਸ਼ਾਦੇ ਪਕਾਉਣ ਵਾਲੀ ਬਜ਼ੁਰਗ ਮਾਤਾ। ਆਖਿਆ ਸੰਤ ਜੀ ਆਪਦੇ ਕੰਨ ਪੱਕੇ ਹੋਏ, ਜ਼ਖਮੀ ਹੋਏ ਨੇ, ਖੂਨ ਕੱਢਿਆ ਹੋਇਆ, ਕੀ ਕੀਤਾ? ਕਹਿੰਦੇ ਕੋਈ ਨਹੀਂ ਮਾਤਾ। ਕਹਿੰਦੇ ਨਹੀਂ, ਇਉਂ ਜਾਪਦਾ ਹੈ ਵੀ ਜਿਸ ਤਰ੍ਹਾਂ ਇਹਨਾਂ ਨੂੰ ਪੁੱਟਿਆ। ਕਹਿੰਦੇ ਹਾਂ ਮੈਂ ਆਪ ਹੀ ਪੁੱਟਿਆ ਗੁੱਸੇ 'ਚ। ਕਿਉਂ ਪੁੱਟਿਆ? ਇਹ ਗੁੱਸਾ ਕੀਤਾ ਹੈ। ਹੁਣ ਸੁੱਤੇ ਬੰਦੇ ਦੇ ਮਨ ਦਾ ਕੀ ਪਤਾ ਕਿਹੜੇ ਪਾਸੇ ਦੌੜ ਜਾਣਾ। ਮੈਂ ਕੰਨ ਪੁੱਟੇ ਨੇ, ਇਹਨੂੰ ਅਕਲ ਦਿੱਤੀ ਹੈ ਵੀ ਤੂੰ ਸੁਪਨੇ ਕੋ ਲੈਂਦਾ ਬਈ ਮਹਾਰਾਜ ਦੇ ਚਰਨਾਂ ਚਿੱਤ ਕਿਉਂ ਨਹੀਂ ਟਿਕਾਉਂਦਾ। ਸੰਤਾਂ ਦੀ ਅਵਸਥਾ ਵੈਸੇ ਬੜੀ ਉੱਚੀ ਸੀਗੀ। ਇਉਂ ਸੁਪਨੇ ਦੇ ਵਿੱਚ ਵੀ ਜੇ ਮਨ ਇੱਧਰ ਉੱਧਰ ਭਟਕਦਾ ਤਾਂ ਵੀ ਆਪਦੇ ਆਪ 'ਤੇ ਹੀ ਗੁੱਸਾ ਕਰਨਾ। ਮੁਕਤੀ ਦੀ ਪ੍ਰਾਪਤੀ ਕਰਨ ਦਾ ਲੋਭ ਕਰਦੇ, ਸਰੀਰਾਂ ਦਾ ਮੋਹ ਨਾਸ਼ ਕਰਕੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਨੇ, ਦੇਹ ਦੀ ਹੰਗਤਾ ਨੂੰ ਨਿਵਰਤ ਕਰਕੇ ਆਪਣੇ ਆਪ ਨੂੰ ਸ਼ੁੱਧ ਬ੍ਰਹਮ ਦੀ ਅੰਸ਼ ਨਿਸ਼ਚੈ ਕੀਤਾ ਹੋਇਆ ਹੈ। ਰਾਮ ਭਗਤ ਕੀ ਪਾਨੀਹਾਰ। ਇਉਂ ਰਾਮ ਦੇ ਭਗਤ ਦੇ ਪਾਣੀ ਭਰਨ ਵਾਲੇ ਹਨ। ਇਹ ਜਿਹੜੇ ਪੰਜ ਕਾਮ ਕ੍ਰੋਧ ਆਦਿਕ ਵਿਕਾਰ ਹਨ, ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਜਗਤ ਪਾਸ ਤੇ ਲੇਤੀ ਦਾਨ। ਇਹ ਜਿਹੜੇ ਠਾਣੇਦਾਰ ਨੇ, ਜਿਵੇਂ ਰਿਸ਼ਵਤ ਲੈਂਦੇ ਨੇ, ਸੜਕ ਦੇ ਚੱਲਣ ਵਾਲਿਆਂ ਕੋਲੋਂ ਐਵੇਂ ਦਬਕੇ ਦੁਬਕੇ ਮਾਰ ਕੇ ਪੈਸੇ ਕਰਾਈ ਜਾਂਦੇ। ਮਹੀਨੇ ਬੰਨੇ ਹੋਏ ਨੇ ਇਹਨਾਂ ਠਾਣੇਦਾਰਾਂ ਨੇ। ਕਈ ਉਹ ਹੀ ਮੇਰੇ ਵਰਗੇ ਕੱਪੜੇ ਜੇ ਪਾ ਕੇ ਉਹਨਾਂ ਵਰਗੇ ਅਤੇ ਆ ਕੇ ਦਬਕੇ ਮਾਰਨਗੇ। ਕਈ ਫੜੇ ਵੀ ਗਏ, ਕੁਝ ਦਿਖਾਇਆ ਨਹੀਂ ਗਿਆ ਡੰਡੀ ਕਾਰਡ। ਤੋ ਇਸ ਵਾਸਤੇ ਲੋਕਾਂ ਕੋਲ ਪੈਸੇ ਲੈਂਦੇ ਸਨ ਡਰਾ ਧਮਕਾ ਕੇ। ਇਉਂ ਇਹ ਬੜੇ ਖਰਾਬ ਨੇ। ਪੰਜ ਕਾਮ ਆਦਿਕ ਠਾਣੇਦਾਰ ਸੰਸਾਰ ਦੇ ਕੋਲੋਂ
ਇਹ ਡੰਨ ਲੈਂਦੇ ਹਨ। ਫਜ਼ੂਲ ਹੀ ਕਹਿਣਾ ਵੀ ਲਿਆ ਜੁਰਮਾਨਾ, ਪਰ ਕੋਈ ਕਾਮ ਦਾ ਡੰਨ ਭਰਦਾ ਫਿਰਦਾ ਹੈ। ਤੁਰੀ ਫਿਰਦੀ ਦੁਨੀਆ ਕਾਗਜ਼ ਹੱਥਾਂ 'ਚ ਫੜ ਕੇ, ਕੋਰਟ ਕਚਹਿਰੀਆਂ 'ਚ ਕੇਸ ਪਏ ਹੋਏ ਹਨ। ਕੋਈ ਕ੍ਰੋਧ ਦਾ ਮਾਰਿਆ ਹੋਇਆ ਵਿਚਾਰਾ ਜੇਲ੍ਹਾਂ 'ਚ ਦੁੱਖ ਭੋਗ ਰਿਹਾ। ਪਹਿਲਾਂ ਸੋ ਬੁਰੇ ਕਰਮ ਗੁੱਸੇ ਵਿੱਚ ਆ ਕੇ ਇੱਕ ਦੂਜੇ 'ਤੇ ਫਾਈਟ ਕਰ ਦਿੰਦੇ, ਫਿਰ ਬਾਅਦ 'ਚ ਮੁਸ਼ਕਿਲ ਹੁੰਦੀ। ਕੋਈ ਲੋਭ ਦਾ ਮਾਰਿਆ ਹੋਇਆ, ਸਗੇ ਸੋਧਰੇ ਵੀ ਰਿਸ਼ਤੇਦਾਰੀਆਂ ਵਿੱਚ ਵੀ ਜੇਲ੍ਹਾਂ ਦੀ ਹਵਾ ਖਾਣੀ ਪੈਂਦੀ। ਕੋਈ ਹੰਕਾਰ ਦਾ ਭੰਡਿਆ ਹੋਇਆ ਆਪ ਦੀ ਬੇਇੱਜ਼ਤੀ ਕਰਾ ਰਿਹਾ। ਇਵੇਂ ਥਾਣੇਦਾਰਾਂ ਦੇ ਅਧੀਨ ਪਏ ਡੰਨ ਭਰਦੇ ਫਿਰਦੇ ਹਨ। ਗੋਬਿੰਦ ਭਗਤ ਕਉ ਕਰਹਿ ਸਲਾਮ। ਪਰ ਪਰਮੇਸ਼ਰ ਦੇ ਭਗਤ ਜਨਾਂ ਨੂੰ ਸਲਾਮ ਕਰਦੇ, ਨਮਸਕਾਰ ਕਰਦੇ ਨੇ। ਭਾਵ ਜਿਨ੍ਹਾਂ ਦੇ ਅਧੀਨ ਹਨ ਉਹ ਵਾਹਿਗੁਰੂ ਦੇ ਜੋ ਭਗਤੀ ਕਰਦੇ ਨੇ, ਉਹਨਾਂ ਭਗਤਾਂ ਤੋਂ ਡਰਦੇ ਨੇ ਵੀ ਇਹ ਕਿਤੇ ਰੱਬ ਨੂੰ ਸ਼ਿਕਾਇਤ ਨਾ ਲਾ ਦੇਣ। ਭਗਤ ਜਨਾਂ ਦੇ ਵਿਕਾਰਾਂ ਦਾ ਜ਼ੋਰ ਨਹੀਂ ਚੱਲਦਾ। ਸਾਧ ਸੰਗਤ ਜੀਓ, ਇਹ ਬਹੁਤ ਉੱਚੀ ਅਵਸਥਾ ਹੈ। ਭਗਤ ਦੀ, ਬ੍ਰਹਮ ਗਿਆਨੀ ਦੀ ਬਹੁਤ ਉੱਚੀ ਅਵਸਥਾ। ਇੱਕ ਪੈਰ ਸੱਚਖੰਡ 'ਚ ਹੋਵੇ ਅਤੇ ਦੂਜਾ ਪੈਰ ਜੇ ਠਾਂ ਹੋਵੇ ਤਾਂ ਵੀ ਦੂਜੇ ਤੋਂ ਵੀ ਖਿੱਚ ਕੇ ਹੇਠਾਂ ਨੂੰ ਸੁੱਟ ਲੈਂਦੇ ਨੇ। ਜਿੰਨਾ ਚਿਰ ਪੂਰਾ ਬੰਦਾ ਅੰਦਰ ਨਹੀਂ ਗਿਆ, ਸੱਚਖੰਡ 'ਚ ਪ੍ਰਵੇਸ਼ ਨਹੀਂ ਕੀਤਾ, ਉਹਨਾਂ ਚਿਰ ਕੋਈ ਭਰੋਸਾ ਨਹੀਂ, ਕੋਈ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ। ਤੋ ਇਸ ਲਈ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀਰ, ਜਿਨ ਪੰਜ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹੋ ਕਲੀਰੇ। ਸਾਡੇ ਗੁਰੂਆਂ ਤੋਂ ਬਗੈਰ ਜਿੰਨੇ ਵੀ ਰਿਸ਼ੀ ਮੁਨੀ ਤਪੱਸਵੀ ਹੋਵੇ, ਇੱਥੋਂ ਤੱਕ ਵਿਸ਼ਨੂੰ ਬ੍ਰਹਮਾ ਤੇ ਸ਼ਿਵ ਜੀ ਮਹਾਰਾਜ ਵੀ, ਸਭ ਦੇਵੀ ਦੇਵਤੇ ਇਹਨਾਂ ਵਿਕਾਰਾਂ ਦੇ ਅਧੀਨ। ਸੋ ਬਹੁਤ ਬੇਦਬੀ ਵਾਲੇ ਹੋਏ, ਬਹੁਤ ਉਹਨਾਂ ਦੀ ਬੇਦਬੀ ਹੋਈ, ਨਿਰਾਦਰ ਹੋਇਆ, ਬੜਾ ਨੁਕਸਾਨ ਹੋਇਆ, ਬਹੁਤ ਜ਼ਿਆਦਾ ਮੁਸ਼ਕਿਲ 'ਚ ਪੈਣਾ ਪਿਆ। ਇਹ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਇਹਨਾਂ 'ਤੇ ਕੰਟਰੋਲ ਕੀਤਾ, ਜਾਂ ਗੁਰੂ ਸਾਹਿਬ ਦੀ ਕਿਰਪਾ ਵਾਲੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਸਾਹਿਬ ਵਰਗੇ ਗੁਰਮੁਖ ਇਹਨਾਂ ਤੋਂ ਬਚੇ ਹਨ, ਜਿਨ੍ਹਾਂ ਗੁਰੂ ਜੀ ਦੀ ਮਰਯਾਦਾ ਧਾਰਨ ਕਰਕੇ ਜੱਜ ਸਾਹਿਬ ਦੇ ਵਿੱਚ ਪਰਪੱਕ ਰਹਿਣਾ ਕੀਤਾ। ਸਰਦਾਰ ਹਰੀ ਸਿੰਘ ਨਲੂਆ ਜਰਨੈਲ ਜਦੋਂ ਨੇ ਜਮਰੌਦ ਦੇ ਕਲੀਏ 'ਤੇ ਫਤਿਹ ਪਾਈ ਤਾਂ ਉਸ ਵਕਤ ਸੋ ਇੱਕ ਪਠਾਨ ਬੀਬੀ ਨੇ ਆ ਕੇ ਉਹਨੂੰ ਬੇਨਤੀ ਕੀਤੀ ਕਿ ਐ ਸਿੱਖ ਸਰਦਾਰਾ, ਮੇਰੇ ਮਨ ਦੀ ਭਾਵਨਾ ਹੈ ਕਿ ਆਪਣੇ ਘਰ ਇੱਕ ਸੁੰਦਰ ਸਰੂਪ ਪੁੱਤਰ ਪ੍ਰਗਟ ਹੋਵੇ। ਉਸ ਵਕਤ ਸਰਦਾਰ ਨੇ ਉਹਨੂੰ ਮਾਂ ਅੱਖਰ ਕਹਿ ਕੇ ਉਹਦੇ ਪੈਰੀਂ ਹੱਥ ਲਾ ਕੇ ਮੱਥਾ ਟੇਕ ਦਿੱਤਾ ਸੀ ਵੀ ਤੂੰ ਮੇਰੀ ਮਾਂ ਹੈ। ਕਿੰਨਾ ਚੰਗਾ ਹੋਵੇ ਜੇ ਤੂੰ ਮੈਨੂੰ ਹੀ ਆਪ ਦਾ ਪੁੱਤ ਸਮਝ ਲੈ। ਰੱਬ ਦੀ ਕੀ ਮਰਜ਼ੀ ਹੈ? ਪਹਿਲੀ ਗੱਲ ਤਾਂ ਇੰਝ ਹੋ ਨਹੀਂ ਸਕਦਾ। ਮੈਂ ਤਾਂ ਸਿੱਖ ਸਰਦਾਰ ਹਾਂ, ਤੂੰ ਪਠਾਣੀ ਹੈ। ਜੇ ਹੋ ਵੀ ਜਾਏ ਫਿਰ ਪਰਮਾਤਮਾ ਦੀ ਦੇਣ, ਕੀ ਪਤਾ ਮੁੰਡਾ ਹੋਵੇ ਨਾ ਲੜਕੀ ਹੋ ਜਾਏ। ਅਤੇ ਫਿਰ ਜੇ ਮੁੰਡਾ ਹੋ ਵੀ ਗਿਆ ਕਿ ਕੀ ਪਤਾ ਉਹ ਬਹਾਦਰ ਨਾ ਹੋਵੇ, ਸੁੰਦਰ ਨਾ ਹੋਵੇ, ਕਈ ਨਿਕੰਮੇ ਪੁੱਤ ਜੰਮ ਪੈਂਦੇ। ਅਤੇ ਇਸ ਵਾਸਤੇ ਕਿੰਨਾ ਚੰਗਾ ਹੋਵੇ ਤੂੰ ਮੈਨੂੰ ਹੀ ਆਪਣਾ ਪੁੱਤ ਸਮਝ ਲਾ। ਇੰਨੀ ਚੜ੍ਹਦੀ ਕਲਾ ਹੈ। ਸੂਰਮਗਤੀ ਐਵੇਂ ਨਹੀਂ ਹੁੰਦੀ। ਪੂਰੇ ਦੇ ਪੂਰੇ ਦੇਸ਼ ਦੇ ਉੱਪਰ ਕਬਜ਼ਾ ਕਰ ਲੈਣਾ, ਅਫਗਾਨਿਸਤਾਨ ਦੇ ਉੱਪਰ, ਇਹ ਮਹਾਰਾਜ ਕਲਗੀਧਰ ਜੀ ਦੀ ਬਖਸ਼ੀ ਹੋਈ ਬਖਸ਼ਿਸ਼ ਹੈ। ਬਿਨਾਂ ਸੀਸ ਤੋਂ ਤਲੀ 'ਤੇ ਸੀਸ ਰੱਖ ਕੇ, ਅਤੇ ਵੇਖੋ ਬਿਨਾਂ ਸੀਸ ਤੋਂ ਜੰਗ ਕਰਨਾ ਐਵੇਂ ਨਹੀਂ ਹੁੰਦਾ ਹੈ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਸੋ ਜਿਨ੍ਹਾਂ 'ਤੇ ਕਿਰਪਾ ਹੈ ਉਹਨਾਂ ਦੇ ਵੀ ਅਧੀਨ ਕਰ ਦਿੱਤੇ ਹਨ। ਉਹਨਾਂ ਦੇ ਉੱਪਰ ਇਹ ਥਾਣੇਦਾਰਾਂ ਦਾ ਜ਼ੋਰ ਨਹੀਂ ਚੱਲਦਾ ਹੈ। ਲੂਟ ਲੈ ਸਾਕਤ ਪਤ ਖੋਵਾ ਹੈ। ਪਰ ਸਾਕਤਾਂ ਨੂੰ, ਕਠੋਰ ਚਿੱਤ ਵਾਲੇ ਪੁਰਖਾਂ ਨੂੰ ਇਹ ਥਾਣੇਦਾਰ ਲੁੱਟ ਲੈਂਦੇ ਨੇ, ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਹਨ। ਸਾਧ ਜਨਾ ਪੱਗ ਮਲ ਮਲ ਧੋਵਾ ਹੈ। ਤੇ ਉਹਨਾਂ ਦੀ ਇੱਜ਼ਤ ਖੇ ਖਰਾਬ ਕਰ ਦਿੰਦੇ ਹਨ। ਇਸ ਦੇ ਹੀ ਅੰਦਰ ਪੰਜ ਚੋਰ ਵਸੈ, ਕਾਮ ਕਰੋ ਲੋ ਮੋਹ ਹੰਕਾਰਾ, ਅੰਮ੍ਰਿਤ ਲੋਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤ ਹੈ। ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤ ਹੈ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਾਧ ਸੰਗਤ ਜੀ ਧਾਰਨਾ ਪੜ੍ਹਿਆ ਕਰਦੇ। ਬਾਬੇ ਫਰੀਦ ਸਾਹਿਬ ਦਾ ਸਲੋਕ ਹੈ। ਸੋ
ਇਹ ਜੀਵ ਰੂਪ ਪੰਛੀ ਹੈ ਤੇ 5 ਕਾਮ ਆਦਿਕ ਇਹਦੇ ਮਗਰ ਸ਼ਿਕਾਰੀ ਹਨ। ਤੋ ਇੰਜ ਸਾਖਤਾਂ ਦੀ ਇੱਜ਼ਤ ਖਰਾਬ ਕਰ ਦਿੰਦੇ ਨੇ, ਪਰ ਸੰਤਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਂਦੇ। ਮਨ ਨੂੰ ਸਾਧਨ ਜਿੱਤਣ ਵਾਲੇ ਪੁਰਖਾਂ ਦੇ ਚਰਨਾਂ ਨੂੰ ਵਿਕਾਰੀ ਲੋਕ ਨਿਹਾਲ ਹੋਣ ਵਾਸਤੇ ਮਲ ਮਲ ਕੇ ਧੋਂਦੇ ਹਨ। ਪੰਜ ਪੂਤ ਜਣੇ ਇੱਕ ਮਾਇ। ਇੱਕ ਮਾਇਆ ਨਹੀਂ, ਇਹ 5 ਪੁੱਤ ਜਣੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਇਆ ਦੇ ਪੁੱਤ ਹਨ। ਉਤ ਭੁਜ ਖੇਲ ਕਰ ਜਗਤ ਵਿਆਈ। ਔਰ ਉਤਕ੍ਰਿਸ਼ਟ ਪੂਜਾ ਵਾਲੇ ਪਰਮੇਸ਼ਰ ਨੇ ਮਿਲ ਕੇ ਜਦ ਮਾਇਆ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਤਾਂ ਉਹਨੇ ਸੰਸਾਰ ਦਾ ਖੇਡ ਰਚਨਾ ਕੀਤਾ ਹੈ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਸੇ ਤਰ੍ਹਾਂ ਉਤ ਭੁਜ ਖੇਲ ਕਰ ਜਗਤ ਵਿਆਈ। ਪੰਜ ਪੂਤ ਜਣੇ ਇੱਕ ਮਾਇ। ਇੱਕ ਮਾਇਆ ਨੇ 5 ਤੱਤਾਂ ਰੂਪੀ ਪੁੱਤਰ ਪੈਦਾ ਕੀਤੇ ਹਨ। ਉਤ ਭੁਜ ਖੇਲ ਕਰ ਜਗਤ ਵਿਆਈ। ਫਿਰ ਪ੍ਰਸੂਤ ਹੋ ਕੇ ਉਤ ਭੁਜਾਦਕ 4 ਖਾਣੀਆਂ ਰੂਪ ਜਗਤ ਦਾ ਖੇਡ ਰਚਨਾ ਕੀਤਾ, ਜਗਤ ਨੂੰ ਜਮਾਉਣਾ ਕੀਤਾ। 3 ਗੁਣਾ ਕੈ ਸੰਗ ਰਚ ਰਸੇ। ਸੰਸਾਰ ਦੇ ਜੀਵ ਰਾਜਸੀ ਤਾਮਸੀ ਸਾਂਤਕੀ ਗੁਣਾਂ ਦੇ ਨਾਲ ਮਿਲ ਕੇ ਸਦਾ ਵਿਸ਼ਿਆਂ ਦੇ ਰਸ ਵਿੱਚ ਤਦਾਕਾਰ ਰਹਿੰਦੇ ਹਨ। ਇਨ ਕੋ ਛੋੜ ਉਪਰ ਜਨ ਬਸੇ। ਪਰ ਤ੍ਰੈਗੁਣ ਵਿਸ਼ਿਆ ਵੇਦਾ ਚਤੁਰਥ ਗੁਣੋਂ ਭਵਾਰ ਜਨ, ਗੀਤਾ 'ਚ ਭਗਵਾਨ ਕ੍ਰਿਸ਼ਨ ਦਾ ਬਚਨ। ਇਹਨਾਂ 3 ਗੁਣਾਂ ਨੂੰ ਛੱਡ ਕੇ ਸੰਤ ਜਨ ਚੌਥੇ ਪਦ ਵਿੱਚ ਤੁਰੀਆ ਦੇ ਵਿੱਚ ਵਸਦੇ ਹਨ। ਕਰ ਕਿਰਪਾ ਜਨ ਲਿਏ ਛਡਾਏ। ਇਹ ਕਿਰਪਾ ਮਿਹਰ ਪਰਮੇਸ਼ਰ ਨੇ ਕੀਤੀ ਹੈ ਕਿ ਆਪਣੇ ਭਗਤ ਜਨਾਂ ਨੂੰ 3 ਗੁਣਾਂ ਜਾਂ ਵਿਕਾਰਾਂ ਜਾਂ ਬੰਧਨਾਂ ਤੋਂ ਛੁਡਾ ਲੈਣਾ ਕੀਤਾ ਹੈ। ਜਿਸ ਕੇ ਸੇ ਤਿਨ ਰਖੇ ਹਟਾਏ। ਮੋਹ ਮਰਨ ਨੀਂਦ ਤੇ ਛੁੱਟ ਗਈ ਤੇ ਕੌਣ ਅਨੁਗੁਰੂ ਭਇਓਰੀ। ਇਹ ਮਹਾਰਾਜ ਦੀ ਕਿਰਪਾ ਹੋਈ ਹੈ। 3 ਗੁਣ ਕਾਮ ਆਦਿਕ ਵਿਕਾਰ ਜਿਸ ਵਾਹਿਗੁਰੂ ਦੇ ਪੈਦਾ ਕੀਤੇ ਸੀਗੇ, ਉਸੇ ਨੇ ਆਪਣੇ ਭਗਤ ਜਨਾਂ ਵੱਲੋਂ ਇਹਨਾਂ ਨੂੰ ਹਟਾ ਦੇਣਾ, ਮੋੜਨਾ ਕੀਤਾ ਕਿ ਖਬਰਦਾਰ ਤੁਸੀਂ ਭਗਤਾਂ ਵੱਲ ਗਏ। ਜਿਵੇਂ ਕੁੱਤਾ ਪਾਲਿਆ ਹੋਵੇ ਤੇ ਜਿਹੜਾ ਪਾਲਣ ਵਾਲਾ ਰੋਕ ਦਿੰਦਾ ਵੀ ਇਹਨੂੰ ਨਹੀਂ ਤੂੰ ਕੱਟਣਾ ਹੈ, ਇਹ ਮਹਾਰਾਜ ਨੇ ਕੁੱਤੇ ਰੱਖੇ ਹੋਏ ਨੇ ਦੁਨੀਆ ਦੇ ਮਗਰ ਲਾਉਣ ਲਈ, ਮੱਤ ਸਿਖਾਉਣ ਲਈ। ਆਪਦੇ ਭਗਤਾਂ ਤੋਂ ਮੋੜ ਦਿੰਦਾ ਹੈ ਵੀ ਤੂੰ ਆ ਮੇਰੇ ਬੱਚੇ ਨੂੰ ਕੁਛ ਨਹੀਂ ਕਹਿਣਾ। ਕਹੋ ਨਾਨਕ ਭਗਤ ਪ੍ਰਭ ਸਾਰ। ਪਰ ਜਿਹਦੇ ਮਗਰ ਪੈ ਜਾਣ ਫਿਰ ਉਹਨੂੰ ਬਹੁਤ ਖਰਾਬ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਵਿਕਾਰਾਂ ਤੋਂ ਬਚਣ ਲਈ ਪਰਮੇਸ਼ਰ ਦੀ ਭਗਤਾ ਪ੍ਰੇਮਾ ਭਗਤੀ ਕਰਨੀ ਹੀ ਸ੍ਰੇਸ਼ਟ ਹੈ। ਗੱਲਾਂ ਬਾਤਾਂ ਦੇ ਨਾਲ ਨਹੀਂ, ਭਗਤੀ ਦੇ ਨਾਲ ਹੀ ਇਹਨਾਂ ਤੋਂ ਬਚਾਅ ਹੋ ਸਕਦਾ ਹੈ। ਜਿਵੇਂ ਜਿਵੇਂ ਮਨ ਚੰਗੇ ਪਾਸੇ ਜੋੜੋਗੇ ਤਿਵੇਂ ਤਿਵੇਂ ਬੁਰੇ ਪਾਸੇ ਵੱਲੋਂ ਆਪ ਦੇ ਆਪ ਹੀ ਦੂਰ ਭੱਜੂਗਾ। ਬਿਨ ਭਗਤੀ ਸਭ ਹੋਈ ਖੁਆਰ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕੱਲਿਆਂ ਦੇ ਉੱਪਰ ਤਾਂ ਮਨ ਦਾ ਹੀ ਅਸਰ ਪਿਆ ਰਹਿੰਦਾ। ਸੋ ਸੰਗਤ ਦੇ ਵਿੱਚ ਕੀਤੀ ਭਗਤੀ ਦਾ ਵੱਧ ਫਲ ਹੈ। ਇਉਂ ਪਰਮੇਸ਼ਰ ਦੀ ਕਥਾ ਕੀਰਤਨ ਰੂਪੀ ਭਗਤੀ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਦਾ ਸਾਥੋਂ ਹੁੰਦਾ ਨਹੀਂ। ਐਵੇਂ ਝੂਠ ਬੋਲੀਏ ਨਾ ਪਾਠ ਕਰਨ ਨੂੰ ਜੀ ਕਰਦਾ। ਬਸ ਆਹੀ ਹੈ ਸੰਗਤ 'ਚ ਘੜੀ ਕੰਡਾ। ਤੇ ਇਹੀ ਮਹਾਰਾਜ ਨੇ ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। 9 ਪ੍ਰਕਾਰ ਦੀ ਭਗਤੀ ਇੱਥੇ ਬੈਠੀਆਂ ਪ੍ਰਾਪਤ ਹੋ ਜਾਂਦੀ। ਇਹ ਤੋਂ ਬਗੈਰ ਵੱਡੇ ਵੱਡੇ ਰਿਖੀ ਆਦਿਕ ਸਾਰੇ ਖਰਾਬ ਹੁੰਦੇ ਹਨ। ਇਉਂ ਵਿੱਚ ਸੰਗਤ ਹਰਿਪੁਰ ਵਸਿਆ ਜੀਓ। ਸੰਗਤ ਦੇ ਵਿੱਚ ਆਪਦੇ ਮਨ ਨੂੰ ਜੋੜੀਏ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਖਿਮਾ ਕਰਨ ਜੀ, ਅੱਗੇ ਤੋਂ ਸਮਤ ਬਖਸ਼ਣ। ਧਨਾਸਰੀ ਮਹੱਲਾ 5। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਇੱਜ਼ਤ ਰੱਖਦਾ। ਤੇ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਹਾਂਜੀ, ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਬਿਆਪ। ਜਿਹੜੀ ਪੰਕਤੀ ਮੈਂ ਪੜ੍ਹਨੀ ਸੀਗੀ ਉਹ ਅੱਗੇ ਹੈ। ਸਾਧੂ ਸੰਗ ਭਜੋ ਗੋਪਾਲ। ਮੈਜੋਰਟੀ 'ਚ ਬਲ ਹੁੰਦਾ।
ਆਣ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਲਕਾਰ। ਕਲਯੁਗ ਦਾ ਸਮਾਂ ਬਹੁਤ ਭਿਆਨਕ ਜਾ ਰਿਹਾ, ਤੋ ਸੰਗਤ ਦੇ ਵਿੱਚ ਮਿਲ ਕੇ ਹੀ ਬਲ ਬਣਦਾ ਹੈ। ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਣੀ। ਕਰ ਕਿਰਪਾ ਜਨ ਲਿਏ ਛਡਾਏ, ਜਿਸ ਕੇ ਸੇ ਤਿਨ ਰਖੇ ਹਟਾ, ਕਹੋ ਨਾਨਕ ਭਗਤ ਪ੍ਰਭ ਸਾਰ, ਬਿਨ ਭਗਤੀ ਸਭ ਹੋਏ ਖੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀ। ਵਜੀਆਂ ਵਾਧਾਈਆਂ, ਰਾਗ ਰਤਨ ਬਰਵਾਰ ਬਰੀਆਂ ਸ਼ਬਦ ਗਾਵਣ, ਸ਼ਬਦੋ ਤੰਗਾਵੋ ਹਰੀ ਕੇਰਾ। ਸਾਇਆ ਕਹੇ ਨਾਨਕੀ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ, ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਮਨ ਮੇਰੇ ਸਦਾ ਰਹੂ ਹਰ ਨਾਲੇ, ਜੀ ਸਾਜੀ ਬਾਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ